ठाकुर जी तुहाडा बहुत बहुत स्वागत है जी। नमस्कार। सत करतार तन निरंकार। तन निरंकार ते सत करतार दोवें नारे सतगुरु नानक जी दे ने। इस करके मैं इत्थों शुरुआत कर रहा। आप जी का बहुत बहुत धन्यवाद जी। चढ़दी कला टाइम टीवी ने मैनू याद किया है। आप जी का दर्दी साहब का बहुत धन्यवाद जी। ठाकुर जी तुहाडा भी बहुत बहुत धन्यवाद। तुसी अज एतवार के समय सानू अपना कीमती समा दिता है। धर्म ते राजनीति के उत्ते बहुत सारे सवाल ने जिहड़े अज मैं तुहानू करना चाहुंदा, पर उस तो पहला मैं तुहाडा जिहड़ा कुदरत दे नाल प्यार है, क्योंकि मैं कुछ तस्वीरां जिहड़ियां ने तुहाडियां इंटरनेशनल जिहड़ा वैब फ्रेम हैगा है, ਜਿਹਦੇ ਵਿੱਚ ਆਪਾਂ ਵੇਖ ਸਕਦੇ ਹਾਂ ਕਿ ਬਹੁਤ ਸਾਰੇ ਜਿਹੜੇ ਫੋਟੋਗ੍ਰਾਫੀ ਨੂੰ ਪਿਆਰ ਕਰਦੇ ਨੇ, ਬਹੁਤ ਸਾਰੇ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ, ਉਹ ਤੁਹਾਡੇ ਵੱਲੋਂ ਕੈਪਚਰ ਕੀਤੀਆਂ ਗਈਆਂ ਤਸਵੀਰਾਂ ਨੂੰ ਬੜਾ ਐਪਰੀਸ਼ੀਏਟ ਕਰ ਰਹੇ ਨੇ। ਸਭ ਤੋਂ ਪਹਿਲਾਂ ਸਵਾਲ ਉਹਦੇ ਉੱਤੇ, ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ, ਖਾਸ ਤੌਰ ਤੇ ਗੁਰਬਾਣੀ ਦੇ ਨਾਲ, ਜਿਸ ਤਰੀਕੇ ਨਾਲ ਗੁਰਬਾਣੀ ਦੇ ਵਿੱਚ ਲਿਖਿਆ ਗਿਆ ਹੈ, ਉਸੇ ਹੀ ਤਰੀਕੇ ਦੇ ਨਾਲ ਤੁਸੀਂ ਆਪਣੇ ਕੈਮਰੇ ਦੀ ਅੱਖ ਦੇ ਰਾਹੀਂ ਉਹ ਤਸਵੀਰਾਂ ਨੂੰ ਕੈਪਚਰ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਦਾ ਧਿਆਨ ਗੁਰਬਾਣੀ ਵੱਲ ਅਤੇ ਨਾਲ ਹੀ ਨਾਲ ਕੁਦਰਤ ਵੱਲ ਲਿਜਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਸੋਚ ਆਈ ਅਤੇ ਆਪਣਾ ਇਸ ਪੱਖ ਵੱਲ ਸਮਾਂ ਕੱਢਣਾ ਉਹ ਕਿਸ ਤਰੀਕੇ ਨਾਲ ਪੋਸੀਬਲ ਹੋਇਆ? ਬਿਆਲਾ ਜੀ, ਇਹ ਬੜਾ ਵਧੀਆ ਪ੍ਰਸ਼ਨ ਤੁਸੀਂ ਪੁੱਛਿਆ। ਸਭ ਤੋਂ ਪਹਿਲੀ ਗੱਲ ਤੇ ਕੁਦਰਤ ਨਾਲ ਪ੍ਰੇਮ। ਆਪਾਂ ਕੁਦਰਤ ਦਾ ਇੱਕ ਹਿੱਸਾ ਹੈਗੇ ਆ, ਔਰ ਮੈਂ ਕਿਉਂਕਿ ਸਿੱਖ ਹਾਂ ਤੇ ਸਿੱਖ ਹੋਣ ਦੇ ਨਾਤੇ ਜਦੋਂ ਜਨਮ ਤੋਂ ਹੀ ਪੜ੍ਹਦੇ ਆ ਬਲਿਹਾਰੀ ਕੁਦਰਤ ਵਸਿਆ, ਕੁਦਰਤ ਦਿਸਾ, ਕੁਦਰਤ ਸੁਣੀਆ, ਸੋ ਇਸ ਕਰਕੇ ਕੁਦਰਤ ਨਾਲ ਤਾਂ ਪ੍ਰੇਮ ਹੋਣਾ ਕੁਦਰਤੀ ਗੱਲ ਹੈ। ਬਾਕੀ ਇਹ ਤਾਂ ਗੱਲ ਸਾਡੀ ਸ਼ੁਰੂਆਤ ਦੀ ਹੈ, ਸਤਿਗੁਰੂ ਨਾਨਕ ਪਾਤਸ਼ਾਹ ਤੋਂ ਹੁੰਦੀ ਹੈ। ਦੂਸਰਾ, ਅਸੀਂ ਸਾਡੇ ਨਾਮਧਾਰੀਆਂ ਦੇ ਵਿੱਚ ਸਾਡੇ ਸਤਿਗੁਰੂ ਜੀ, ਉਹਨਾਂ ਨੂੰ ਵੀ ਕੁਦਰਤ ਨਾਲ ਬਹੁਤ ਪ੍ਰੇਮ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਸੀ। ਅੱਗੋਂ ਮੈਂ ਜ਼ਿਆਦਾ ਸਮਾਂ ਫਿਰ ਬਚਪਨ ਤੋਂ ਸਤਿਗੁਰੂ ਜਗਜੀਤ ਸਿੰਘ ਜੀ ਕੋਲ ਬਿਤਾਇਆ। ਉਹਨਾਂ ਨੂੰ ਵੀ ਕੁਦਰਤ ਨਾਲ ਬਹੁਤ ਪ੍ਰੇਮ ਸੀ ਔਰ ਫੋਟੋਗ੍ਰਾਫੀ ਦਾ ਬਹੁਤ ਸ਼ੌਕ ਸੀ। ਮੇਰੇ ਪਿਤਾ ਜੀ ਨੂੰ, ਮਹਾਰਾਜ ਵੀਰ ਸਿੰਘ ਜੀ ਨੂੰ ਵੀ, ਉਹਨਾਂ ਨੂੰ ਵੀ ਬਹੁਤ ਸ਼ੌਕ ਸੀ ਫੋਟੋਗ੍ਰਾਫੀ ਦਾ, ਤੇ ਉੱਥੋਂ ਹੀ ਇਹ ਸ਼ੌਕ ਮੈਨੂੰ ਲੱਗਿਆ ਜੀ। ਔਰ ਗੁਰਬਾਣੀ ਦੀ ਗੱਲ ਜਿਹੜੀ ਹੈ, ਉਹ ਤਾਂ ਗੁਰੂ ਘਰ ਵਿੱਚ ਜਨਮ ਹੋਣ ਕਰਕੇ, ਸਿੱਖ ਹੋਣ ਕਰਕੇ, ਉਹ ਤਾਂ ਫਿਰ ਗੁੜਤੀ ਗੁਰਬਾਣੀ ਦੀ ਮਿਲਦੀ ਹੈ। ਹਰ ਵੇਲੇ ਗੁਰਬਾਣੀ ਪੜ੍ਹਦੇ ਆ, ਗੁਰਬਾਣੀ ਸੁਣਦੇ ਆ, ਤੇ ਸੋ ਇਹ ਗੱਲ ਜਿਹੜੀ ਸੀ ਇੱਥੋਂ ਇੱਕ ਆਈ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਣੀ ਗੁਰਬਾਣੀ ਨੂੰ ਲੋਕਾਂ ਨੂੰ ਦ੍ਰਿਸ਼ਟਮਾਨ ਕਰਕੇ ਵਿਖਾ ਸਕੀਏ, ਤਾਂ ਕਿ ਨੌਜਵਾਨ ਪੀੜ੍ਹੀ ਨੂੰ ਇਸ ਚੀਜ਼ ਦੀ ਸਮਝ ਆ ਸਕੇ। ਨਿਰੀ ਤੁਕ ਪੜ੍ਹਿਆ ਉਹ ਸਮਝ ਨਹੀਂ ਆਉਂਦੀ, ਜੋ ਵੇਖ ਕੇ ਸਮਝ ਆ ਜਾਂਦੀ ਹੈ। ਸੋ ਇਸ ਵਿਚਾਰ ਨੂੰ ਲੈ ਕੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਕਰਵਾਇਆ। ਇਸ ਕਰਕੇ ਇਹ ਦ੍ਰਿਸ਼ਟਮਾਨ ਉਹ ਤਸਵੀਰਾਂ ਦੇ ਰਾਹੀਂ ਔਰ 3 ਭਾਸ਼ਾਵਾਂ ਦੇ ਵਿੱਚ ਅਰਥ ਲਿਖ ਕੇ, ਤਿੰਨੇ ਭਾਸ਼ਾਵਾਂ 'ਚ ਮੂਲ ਪਾਠ, ਤਿੰਨੇ ਭਾਸ਼ਾਵਾਂ 'ਚ ਅਰਥ ਲਿਖ ਕੇ ਇੱਕ ਪੁਸਤਕ ਤਿਆਰ ਕੀਤੀ, ਗੁਰਬਾਣੀ ਦਰਸ਼ਨ। ਸੋ ਇਹ ਸ਼ੌਕ ਫੋਟੋਗ੍ਰਾਫੀ ਦਾ ਔਰ ਕੁਦਰਤ ਦਾ ਤਾਂ ਇਸ ਤਰ੍ਹਾਂ ਆਇਆ ਜੀ। ਜੀ, ਤੇ ਇਹ ਜਿਹੜੀ ਗੁਰਬਾਣੀ ਦਰਸ਼ਨ ਬੁੱਕ ਹੈਗੀ ਹੈ, ਕਿੰਨੇ ਕੁ ਬੱਚਿਆਂ ਨੇ ਜਿਹੜਾ ਇਹਨੂੰ ਐਪਰੀਸ਼ੀਏਟ ਕੀਤਾ? ਜਿਹੜੇ ਪੜ੍ਹਨ ਵਾਲੇ ਬੱਚੇ ਨੇ, ਕਿੰਨਾ ਕੁ ਵਧੀਆ ਉਹਨਾਂ ਨੂੰ ਇਹ ਸੰਵਾਦ ਲੱਗਾ ਹੈ ਕਿ ਨਾਲ ਨਾਲ ਗੁਰਬਾਣੀ ਦੀ ਗੱਲ ਕਰਨੀ, ਨਾਲ ਨਾਲ ਕੁਦਰਤ ਦੀ ਗੱਲ ਕਰਨੀ, ਨਾਲ ਹੀ ਨਾਲ ਜਿਹੜਾ ਫੋਟੋਗ੍ਰਾਫੀ ਦੀ ਗੱਲ ਕਰਨੀ? ਇਹ ਆਈ ਥਿੰਕ ਬੜਾ ਯੂਨੀਕ ਇਨੀਸ਼ੀਏਟਿਵ ਹੈ ਜਿਹਨੂੰ ਤੁਸੀਂ ਆਪਣੇ ਹੱਥਾਂ ਦੇ ਵਿੱਚ ਲਿਆ ਸੀ। ਤੇ ਇਹਦਾ ਕਿਸ ਤਰੀਕੇ ਨਾਲ ਲੋਕਾਂ ਦੇ ਵੱਲੋਂ ਕਿਸ ਤਰੀਕੇ ਦੇ ਕਮੈਂਟਸ ਆਏ, ਕਿਸ ਤਰੀਕੇ ਨਾਲ ਉਹਨਾਂ ਨੇ ਇਹਨੂੰ ਲਾਈਕ ਕੀਤਾ? ਇਹ ਜੀ, ਜਿਨ੍ਹਾਂ ਨੇ ਤੇ ਵੇਖਿਆ ਉਹਨਾਂ ਨੇ ਤੇ ਇਹਨੂੰ ਬਹੁਤ ਜ਼ਿਆਦਾ ਪਸੰਦ ਕੀਤਾ। ਪਰ ਮੁਸ਼ਕਲ ਇਹ ਹੈ ਕਿ ਮੈਨੂੰ ਫੋਟੋਗ੍ਰਾਫੀ ਕਰਨੀ ਆਉਂਦੀ ਹੈ, ਕਿਤਾਬ ਛਾਪ ਦਿੱਤੀ, ਤੇ ਵੇਚਣੀ ਮੈਨੂੰ ਨਹੀਂ ਆਉਂਦੀ। ਇਸ ਕਰਕੇ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਵੇਖ ਨਹੀਂ ਸਕੀ। ਸਾਨੂੰ ਜਾਂਚ ਨਹੀਂ ਸੀ ਉਸ ਕੰਮ ਦੀ, ਮਾਰਕੀਟਿੰਗ ਦੀ। ਪਰ ਜਿੰਨਿਆਂ ਤੱਕ ਪਹੁੰਚੀ ਉਹਨਾਂ ਸਾਰਿਆਂ ਨੇ ਇਹਨੂੰ ਬਹੁਤ ਸਲਾਹਿਆ, ਤੇ ਕਈਆਂ ਨੇ ਤਾਂ ਬਹੁਤ ਵਧੀਆ ਉਹਦੇ ਤੇ ਰਿਵਿਊ ਵੀ ਲਿਖੇ ਨੇ, ਜਿਵੇਂ ਡਾਕਟਰ ਬਲਕਾਰ ਸਿੰਘ ਜੀ ਆਦ ਨੇ, ਹੋਰ ਵਿਦਵਾਨਾਂ ਨੇ ਬੜੇ ਸੁੰਦਰ ਰਿਵਿਊ ਲਿਖੇ ਨੇ। ਪਰ ਮੁਸ਼ਕਲ ਇਹ ਹੈਗੀ ਹੈ ਕਿ ਨੌਜਵਾਨ ਪੀੜ੍ਹੀ ਤੱਕ ਪਹੁੰਚਾਉਣ ਦੀ ਮੈਨੂੰ ਜਾਂਚ ਨਹੀਂ, ਜਿਵੇਂ ਮਾਰਕੀਟਿੰਗ ਦੀ ਜਾਂਚ ਨਹੀਂ ਹੈਗੀ। ਪਰ ਜਿੱਥੇ ਵੀ ਜਿਨ੍ਹਾਂ ਨੇ ਵੀ ਵੇਖਿਆ ਉਹਨਾਂ ਸਭ ਨੇ ਇਹਨੂੰ ਬਹੁਤ ਪਸੰਦ ਕੀਤਾ। ਔਰ ਇਹਦੇ ਨਾਲ ਹੀ ਇਹ ਸਟਿਲ ਦੇ ਵਿੱਚ ਕੀਤਾ ਸੀ। ਇਸੇ ਤਰ੍ਹਾਂ ਦੀ ਇੱਕ ਚੀਜ਼ ਮੈਂ ਇੱਕ ਵੀਡੀਓ ਬਣਾਈ ਹੋਈ ਹੈ,
ਜਿਹੜੀ ਮੇਘ ਰਾਗ ਦੇ ਵਿੱਚ ਹੈਗੀ ਹੈ ਤੇ ਮੇਘ ਮਲਹਾਰ ਦੇ ਵਿੱਚ ਗਾਇਆ ਤੇ ਮਲਹਾਰ ਦੇ ਹੀ ਸ਼ਬਦ ਨੇ, ਔਰ ਉਹਦੇ ਵਿੱਚ ਜੋ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਬਚਨ ਕੀਤੇ ਨੇ, ਬਰਸ ਮੇਘ ਜੀ ਤਿਲ ਬਿਲਮ ਨਾ ਲਾਓ, ਉਸੇ ਨੂੰ ਹੀ ਦ੍ਰਿਸ਼ਟਮਾਨ ਕੀਤਾ ਕਿ ਜੋ ਗੁਰੂ ਜੀ ਦਾ ਬਚਨ ਹੈ ਉਹ ਵੀਡੀਓ ਦੇ ਰਾਹੀਂ ਉਸੇ ਤਰ੍ਹਾਂ ਹੀ ਵਿਖਾਇਆ ਕਿ ਬੱਦਲ ਕਿਵੇਂ ਆਉਂਦੇ ਨੇ, ਕਿਵੇਂ ਬਰਸਦੇ ਨੇ, ਉਹ ਵੀ ਕੀਤਾ ਹੈਗਾ। ਉਹ ਵੀ ਇੱਕ ਪਹਿਲਾ ਉਪਰਾਲਾ ਹੀ ਹੈ। ਔਰ ਮੇਰੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਹ ਜਿਸ ਤਰ੍ਹਾਂ ਦਾ ਇਹ ਉਪਰਾਲਾ ਇੱਕ ਮੈਂ ਕੀਤਾ ਹੈ, ਇਸ ਤਰ੍ਹਾਂ ਦਾ ਹੋਰ ਵੀ ਮੇਰੇ ਤੋਂ ਬੜੇ ਵੱਡੇ ਵੱਡੇ ਵਿਦਵਾਨ ਫੋਟੋਗ੍ਰਾਫਰ ਸਾਰੇ ਪਏ ਨੇ, ਤੇ ਉਹ ਵੀ ਇਹ ਉਪਰਾਲੇ ਇਸ ਤਰ੍ਹਾਂ ਦੇ ਕਰਨ ਤਾਂ ਕਿ ਗੁਰਬਾਣੀ ਦਾ, ਗੁਰਸਿੱਖੀ ਦਾ ਪ੍ਰਚਾਰ ਹੋ ਸਕੇ ਤੇ ਨਵੀਂ ਪੀੜ੍ਹੀ ਨੂੰ ਸਮਝ ਆ ਸਕੇ। ਜੀ, ਜਿਹੜਾ ਤੁਹਾਡਾ ਅਤੇ ਉਪਰਾਲਾ ਹੈਗਾ, ਜੀ ਇਹ ਉਪਰਾਲਾ ਬੜਾ ਵਧੀਆ ਹੈ। ਜੀ ਇਹਦੇ ਵਿੱਚ ਤੁਸੀਂ ਵੱਖ-ਵੱਖ ਤੱਥਾਂ ਨੂੰ ਇਕੱਠੇ ਕਰਕੇ ਇੱਕ ਸੁਮੇਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਂ ਜਦੋਂ ਧਾਰਮਿਕ ਪੱਖ ਦੇ ਉੱਤੇ ਵੇਖਦਾ, ਗੁਰੂ ਨਾਨਕ ਦੀ ਤੁਸੀਂ ਗੱਲ ਕਰਦੇ ਹੋ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਾਰਿਆਂ ਨੂੰ ਕਿਹਾ ਸੀ ਕਿ ਆਪਾਂ ਇੱਕਮਿਕ ਹੋ ਕੇ ਚੱਲੀਏ, ਬੁਰਾਈਆਂ ਦਾ ਜਿਹੜਾ ਉਹ ਸਾਹਮਣਾ ਕਰੀਏ, ਬੁਰਾਈਆਂ ਨੂੰ ਖਤਮ ਕਰੀਏ, ਨਾ ਕਿ ਇਨਸਾਨਾਂ ਨੂੰ ਖਤਮ ਕਰੀਏ। ਉਹਨਾਂ ਨੇ ਇੱਕ ਤਬਦੀਲੀ ਦੀ ਗੱਲ ਕੀਤੀ ਸੀ ਕਿ ਜਿੱਥੇ ਕੋਈ ਮਿਸਟੇਕ ਹੈਗੀ ਹੈ, ਜਿਹਦੇ 'ਚ ਕਿਤੇ ਕੁਝ ਗਲਤ ਹੈਗਾ, ਆਪਾਂ ਉਸ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਜਦੋਂ ਆਪਾਂ ਅੱਗੇ ਜਾ ਕੇ ਵੇਖਦੇ ਹਾਂ, ਅੱਜ ਦੀ ਤਰੀਕ ਦੇ ਵਿੱਚ ਅਸੀਂ ਵੇਖਦੇ ਹਾਂ ਤੇ ਧਰਮ ਦੇ ਨਾਮ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਜਿਹੜੇ ਵੰਡੇ ਗਏ ਹਾਂ। ਇਸ ਤਰੀਕੇ ਨਾਲ ਲੱਗਦਾ ਕਈ ਵਾਰੀ ਕਿ ਧਰਮ ਦੇ ਵਿੱਚ ਸਾਡੇ ਉੱਤੇ ਰਾਜਨੀਤੀ ਇੰਨੀ ਕੁ ਜ਼ਿਆਦਾ ਹੈਵੀ ਹੋ ਗਈ, ਅਸੀਂ ਇੰਨੇ ਕੁ ਜ਼ਿਆਦਾ ਵੰਡੇ ਗਏ ਹਾਂ ਕਿ ਜਿੱਥੋਂ ਵੀ ਅਸੀਂ ਵੰਡੇ ਜਾਂਦੇ ਉੱਥੇ ਸਾਡੇ ਇਕੱਠੇ ਹੋਣ ਦਾ ਕੋਈ ਨਾਮੋ ਨਿਸ਼ਾਨ ਨਹੀਂ ਬਚਦਾ। ਇਸ ਤਰੀਕੇ ਨਾਲ ਕਈ ਲੋਕ ਸੋਚ ਲੈਂਦੇ ਨੇ। ਸਾਡੀਆਂ ਲਾਈਨਾਂ ਇਸ ਤਰੀਕੇ ਨਾਲ ਵੱਖਰੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਕਿ ਭਾਵੇਂ ਲੋਕ ਲੱਖ ਲੱਖ ਯਤਨ ਕਰਨ ਕਿ ਅਸੀਂ ਇਕੱਠੇ ਹੋਣਾ ਹੈ, ਪਰ ਰਾਜਨੀਤੀ ਜਿਹੜੀ ਸਾਨੂੰ ਇਕੱਠੇ ਨਹੀਂ ਹੋਣ ਦਿੰਦੀ। ਪਰ ਇਹ ਚੀਜ਼ਾਂ ਤੁਹਾਨੂੰ ਕਿਸ ਤਰ੍ਹਾਂ ਲੱਗਦੀਆਂ ਨੇ ਕਿ ਕਿੰਨੀਆਂ ਕੁ ਚਿੰਤਤ ਨੇ, ਸਾਡੇ ਪੰਜਾਬ ਵਾਸਤੇ ਕਿੰਨੀਆਂ ਕੁ ਚਿੰਤਤ ਹੈਗੀਆਂ ਨੇ, ਸਾਡੇ ਧਰਮ ਵਾਸਤੇ ਕਿੰਨੀਆਂ ਕੁ ਚਿੰਤਾ ਭਰੀਆਂ ਨੇ? ਕਿਉਂਕਿ ਜੇ ਅਸੀਂ ਇਕੱਠੇ ਨਹੀਂ ਹੋਵਾਂਗੇ ਤੇ ਅਸੀਂ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰ ਪਾਵਾਂਗੇ। ਅੱਜ ਗੁਰੂ ਨਾਨਕ ਦੇ ਜਿਹੜੇ ਸਿੱਖ ਹੈਗੇ ਨੇ, ਭਾਵੇਂ ਉਹ ਸੰਪੂਰਨ ਸਿੰਘ ਹੈਗੇ ਨੇ, ਭਾਵੇਂ ਉਹ ਸਿੱਖ ਹੈਗੇ ਨੇ, ਭਾਵੇਂ ਗੁਰੂ ਨਾਨਕ ਨਾਮ ਲੇਵਾ ਸੰਗਤ ਹੈਗੀ ਹੈ, ਅੱਜ ਇਹਨਾਂ ਸਾਰਿਆਂ ਨੂੰ ਇੱਕ ਮੰਚ ਦੇ ਉੱਤੇ ਇਕੱਠੇ ਹੋਣ ਦੀ ਕਿਉਂ ਲੋੜ ਹੈ ਤੇ ਕਿੰਨੀ ਲੋੜ ਹੈ? ਆਪ ਜੀ ਦਾ ਪ੍ਰਸ਼ਨ ਬੜਾ ਹੀ ਉੱਤਮ ਹੈ ਤੇ ਇਹਦੇ ਤੇ ਸਾਲਾਂ ਬੱਧੀ ਚਰਚਾ ਕੀਤੀ ਜਾ ਸਕਦੀ ਹੈ, ਪਰ ਆਪਣੇ ਕੋਲ ਜਿਵੇਂ ਸਮਾਂ ਸੀਮਿਤ ਹੈ, ਬੇਨਤੀ ਇਹ ਹੈ ਜੀ ਕਿ ਜੀ ਇੱਕ ਸਧਾਰਨ ਜਿਹੀ ਗੱਲ ਹੈ ਜਿਹਦੇ ਵਾਸਤੇ ਇੱਕ ਮੈਂ ਨਾਅਰਾ ਵੀ ਬਣਾਇਆ ਹੋਇਆ ਹੈ ਕਿ ਵੀਰੋ ਜੁੜੋਗੇ ਤਾਂ ਵਧੋਗੇ, ਲੜੋਗੇ ਤਾਂ ਘਟੋਗੇ। ਭਾਵ ਇਹ ਹੈ ਕਿ ਮਨੁੱਖ ਦੇ ਇੱਕ ਮਨੁੱਖੀ ਸੋਚ ਸੀ ਜਿਸ ਕਰਕੇ ਅਸੀਂ ਜੁੜ ਗਏ, ਕਦੀ ਅਸੀਂ ਇਕੱਠੇ ਹੋ ਗਏ ਤੇ ਬਾਕੀ ਦੀਆਂ ਸਾਰੀਆਂ ਜਿਹੜੀਆਂ ਜਾਤੀਆਂ ਪ੍ਰਜਾਤੀਆਂ ਸਪੀਸੀਜ਼ ਦੇ ਤੋਂ ਅਸੀਂ ਅੱਗੇ ਵੱਧ ਗਏ। ਉਹ ਜੁੜਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਇਹਨਾਂ ਤੁਕਾਂ ਨੂੰ ਅਸੀਂ ਮੱਥਾ ਤਾਂ ਟੇਕ ਲਿਆ ਪਰ ਅਸੀਂ ਮੰਨਦੇ ਨਹੀਂ ਹੈਗੇ। ਸੋ ਇਹ ਸਾਡੇ ਪੰਜਾਬ ਵਾਸਤੇ ਜਾਂ ਹਰੇਕ ਥਾਂ ਤੇ ਸਮਾਜ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਕਿਤੇ ਵੀ ਜਿੱਥੇ ਵੀ ਪਾਟਕ ਪਿਆ ਉੱਥੇ ਨੁਕਸਾਨ ਹੋਇਆ, ਜਿੱਥੇ ਜੁੜੇ ਆ ਉੱਥੇ ਹੀ ਵਧੇ ਆ। ਪਰ ਹੁਣ ਇੱਥੇ ਰਾਜਨੀਤੀ ਦੀ ਗੱਲ ਵੀ ਕਹਿ ਲਈਏ ਜਾਂ ਸ਼ਬਦਾਂ ਦਾ ਥੋੜਾ ਜਿਹਾ ਇੱਕ ਫਰਕ ਪਾ ਲਈਏ ਕਿ ਨਿਰੀ ਰਾਜਨੀਤੀ ਦੀ ਗੱਲ ਨਹੀਂ, ਮਨੁੱਖੀ ਸੁਭਾਅ ਹੀ ਐਸਾ ਹੈ ਕਿ ਸਾਨੂੰ ਪਦਵੀ ਅਤੇ ਪੈਸੇ ਦਾ ਲਾਲਚ ਹੁੰਦਾ। ਇਹਦੇ ਪਿੱਛੇ ਆਮ ਤੌਰ ਤੇ ਅਸੀਂ ਲੜਦੇ ਹਾਂ ਕਿ ਮੇਰੇ ਕੋਲ ਪ੍ਰਧਾਨਗੀ ਹੋਵੇ। ਇਹਦੇ ਵਿੱਚ ਸਿੱਖ ਪੰਥ ਦੀ ਮੁੱਖ ਰੂਪ 'ਚ ਮੈਂ ਗੱਲ ਕਰਦਾ ਕਿ ਸਿੱਖ ਪੰਥ ਦੇ ਵਿੱਚ ਜੋ ਸਾਡੀਆਂ ਵੰਡੀਆਂ ਪਈਆਂ ਨੇ, ਇੱਕ ਤਾਂ ਇੱਥੇ ਇਹ ਵੀ ਪ੍ਰਵਾਨ ਕਰ ਲੈਣਾ ਚਾਹੀਦਾ ਕਿ ਕੁਝ ਵੰਡੀਆਂ ਤਾਂ ਪ੍ਰਕਿਰਤੀ ਦਾ ਨੇਮ ਹੈ, ਪੈਣੀਆਂ ਹੀ ਨੇ, ਉਹਨਾਂ ਨੂੰ ਅਸੀਂ ਨਹੀਂ ਰੋਕ ਸਕਦੇ, ਪਰ ਉਹਨਾਂ ਨੂੰ ਘਟਾ ਸਕਦੇ ਹਾਂ ਤੇ ਅਸੀਂ ਆਪਣੇ ਵਖਰੇਵੇਂ ਹੁੰਦਿਆਂ ਵੀ ਆਪਸ ਵਿੱਚ ਬਿਨਾਂ ਲੜੇ ਤੋਂ ਪ੍ਰਗਤੀ ਕਰ ਸਕਦੇ ਹਾਂ। ਭਾਵ ਜੇ ਅਸੀਂ 6 ਭਰਾ ਹੈਗੇ ਆ ਤੇ 6 ਭਰਾਵਾਂ ਦੀਆਂ ਵੱਖੋ ਵੱਖਰੀਆਂ ਦੁਕਾਨਾਂ ਨੇ ਤੇ ਜ਼ਰੂਰੀ ਤਾਂ ਨਹੀਂ ਹੈਗਾ ਕਿ 6 ਭਰਾ ਲੜ ਕੇ ਹੀ ਆਪਣੀਆਂ ਦੁਕਾਨਾਂ ਵਧੀਆ ਚਲਾ ਸਕਦੇ ਨੇ। ਉਹ ਆਪਸ ਵਿੱਚ ਸੁਲ੍ਹਾ ਨਾਲ ਵੀ ਚਲਾ ਸਕਦੇ ਨੇ ਕਿ ਠੀਕ ਆ ਜੀ, ਤੂੰ ਵੇਚ ਲੈ, ਮੈਂ ਵੇਚ ਲੈਣਾ, ਤੇ ਜਾਂ ਆਪਾਂ ਆਪਸ ਵਿੱਚ ਲੜਨਾ ਨਹੀਂ। ਸੋ ਇਸ ਵੇਲੇ ਦੀ ਸਥਿਤੀ ਜਿਹੜੀ ਹੈ ਉਹ ਸਾਡੀ
ਪੰਜਾਬ ਦੀ ਸਥਿਤੀ ਵੀ ਬੜੀ ਚਿੰਤਾਜਨਕ ਹੈ ਔਰ ਸਿੱਖ ਪੰਥ ਦੀ ਸਥਿਤੀ ਵਿਸ਼ੇਸ਼ ਰੂਪ ਚ ਬਹੁਤ ਚਿੰਤਾਜਨਕ ਹੈ। ਮੈਂ ਉਹਦੇ ਵਾਸਤੇ ਬਹੁਤ ਜ਼ਿਆਦਾ ਚਿੰਤਾਜਨਕ ਹਾਂ, ਕਿਉਂਕਿ ਅਸੀਂ ਤਾਂ ਦਿਨੋਂ ਦਿਨ ਘਟ ਜੀ ਰਹੇ ਹਾਂ। ਅ, ਔਰ ਹੈਰਾਨੀ ਦੀ ਗੱਲ ਜੀ, ਜੀ ਤੁਸੀਂ ਨਹੀਂ ਤੁਸੀਂ ਕੁਝ ਕਹਿਣ ਲੱਗੇ ਸੀ। ਬਿਲਕੁਲ, ਤੁਸੀਂ ਆਪਣੀ ਗੱਲ ਨੂੰ ਕੰਟੀਨਿਊ ਕਰੋ ਜੀ। ਜੀ ਜੀ, ਅਸੀਂ ਸਿੱਖ ਪੰਥ ਦਿਨੋਂ ਦਿਨ ਘਟ ਰਿਹਾ ਔਰ ਉਹਦੇ ਵਿੱਚ ਭਾਵੇਂ ਕਈ ਕਾਰਨ ਨੇ, ਪਰ ਇੱਕ ਬਹੁਤ ਵੱਡਾ ਕਾਰਨ ਇਹ ਹੈਗਾ ਕਿ ਸਾਨੂੰ ਯੋਗ ਅਗਵਾਈ ਨਹੀਂ ਮਿਲ ਰਹੀ। ਯੋਗ ਅਗਵਾਈ ਦੇ ਵਿੱਚ ਮੈਂ ਇਹ ਚਾਹਾਂਗਾ ਕਿ ਯੋਗ ਅਗਵਾਈ ਉਹ ਹੋਣੀ ਚਾਹੀਦੀ ਹੈ, ਵਿਦਵਾਨਾਂ ਦੀ ਅਗਵਾਈ ਹੋਵੇ, ਵਿਦਵਾਨ ਪਰ ਸ਼ਰਧਾਲੂ ਹੋਣ। ਬਹੁਤ ਸਾਰੇ ਵਿਦਵਾਨ ਨੇ ਜਿਹੜੇ ਬੇਸ਼ਰਧ ਹੋ ਗਏ ਨੇ, ਉਹ ਸਤਿਗੁਰੂ ਨਾਨਕ ਪਾਤਸ਼ਾਹ ਨੂੰ ਜਾਂ ਸਾਡੇ ਗੁਰੂ ਸਾਹਿਬਾਨ ਨੂੰ ਇੱਕ ਸਧਾਰਨ ਮਨੁੱਖ ਸਿੱਧ ਕਰਦੇ ਨੇ। ਉਹਨਾਂ ਵਿਦਵਾਨਾਂ ਦੀ ਅਗਵਾਈ ਦੀ ਲੋੜ ਨਹੀਂ। ਸ਼ਰਧਾਲੂ ਵਿਦਵਾਨ ਹੋਵੇ ਤੇ ਉਹ ਕਰੀਬ ਕਰੀਬ ਨਿਰਲਾਲਚ ਹੋਵੇ। ਥੋੜਾ ਲਾਲਚ ਤਾਂ ਸਭ ਨੂੰ ਰਹਿੰਦਾ ਹੀ ਹੈ। ਉਹ ਬਹੁਤਾ ਲਾਲਚੀ ਨਾ ਹੋਵੇ ਜਿਹੜਾ ਆਪਣੀ ਪਦਵੀ ਵਾਸਤੇ ਪੰਥ ਨੂੰ ਹੀ ਦਾਅ ਤੇ ਲਾ ਦੇਵੇ। ਸੋ ਇਸ ਤਰ੍ਹਾਂ ਦੇ ਵਿਦਵਾਨਾਂ ਦੀ ਸਾਨੂੰ ਅਗਵਾਈ ਮਿਲੇ, ਫਿਰ ਸਾਨੂੰ ਜਿਹੜਾ ਉਹ ਕੁਝ ਹਾਲਾਤ ਸੁਧਰ ਸਕਦੇ ਨੇ। ਬਾਕੀ ਜਿਹੜੀ ਗੱਲ ਹੈਗੀ ਹੈ, ਏਕਤਾ ਤੋਂ ਬਿਨਾਂ ਤਾਂ ਪ੍ਰਗਤੀ ਹੋ ਹੀ ਨਹੀਂ ਸਕਦੀ। ਹੁਣ ਏਕਤਾ ਦੇ ਵਿੱਚ ਵੀ ਅਗਲੀ ਗੱਲ ਇਹ ਆਉਂਦੀ ਹੈ ਕਿ ਅਸੀਂ ਕਿਸ ਗੱਲ ਤੇ ਆਪਾਂ ਇਕੱਠੇ ਹੋ ਸਕਦੇ ਹਾਂ। ਅਸੀਂ ਕਿਸ ਗੱਲ ਤੇ ਇਕੱਠੇ ਹੋ ਸਕਦੇ ਹਾਂ। ਸੋ ਮੇਰੇ ਵਿਚਾਰ ਅਨੁਸਾਰ ਅਸੀਂ ਇਕੱਠੇ ਹੋ ਸਕਦੇ ਹਾਂ ਤਾਂ ਸਿਰਫ ਹੋ ਸਕਦੇ ਹਾਂ ਸਤਿਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ ਅਸੀਂ ਇਕੱਠੇ ਹੋ ਸਕਦੇ ਹਾਂ। ਉਸ ਤੋਂ ਅੱਗੇ ਜਾ ਕੇ ਵੰਡੀਆਂ ਪੈ ਹੀ ਜਾਂਦੀਆਂ ਨੇ, ਸਭ ਤੋਂ ਪਈਆਂ ਹੋਈਆਂ ਨੇ। ਉਹ ਜਿਸ ਤਰ੍ਹਾਂ ਵੀ ਹੈਗੇ ਨੇ, ਜਿਹੜੇ ਵੀ ਗੁਰੂ ਨਾਨਕ ਨਾਮ ਲੇਵਾ ਨੇ, ਆਪਾਂ ਉਹਨਾਂ ਸਾਰਿਆਂ ਨੂੰ ਸਿੱਖ ਪ੍ਰਵਾਨ ਕਰ ਲਈਏ। ਕਿਉਂਕਿ ਨਾਮ ਭਾਵੇਂ ਸਾਡਾ ਸਿੱਖ ਹੈ, ਪਰ ਅਸਲ ਦੇ ਵਿੱਚ ਤਾਂ ਅਸੀਂ ਹੈਗੇ ਗੁਰੂ ਨਾਨਕ ਪੰਥੀ ਆ। ਸੋ ਨਾਨਕ ਪੰਥੀ ਜਿਹੜੇ ਨੇ, ਨਾਨਕ ਪੰਥੀਆਂ ਦੀ ਬਹੁਤ ਸੰਪਰਦਾਵਾਂ ਨੇ, ਉਹਨਾਂ ਸਾਰੀਆਂ ਸੰਪਰਦਾਵਾਂ ਨੂੰ ਹੀ ਆਪਾਂ ਸਿੱਖ ਪ੍ਰਵਾਨ ਕਰੀਏ। ਨਾਮ ਭਾਵੇਂ ਕੋਈ ਵੀ ਰਵੇ ਉਹਦਾ, ਪਰ ਉਹ ਗੁਰੂ ਨਾਨਕ ਨਾਮ ਲੇਵਾ ਅਤੇ ਨਾਨਕ ਪੰਥੀ ਨੇ। ਜੇ ਉਹ ਸਿੱਖ ਅਖਵਾਉਣ ਨੂੰ ਨਹੀਂ ਤਿਆਰ ਤੇ ਤਾਂ ਵੀ ਕੋਈ ਗੱਲ ਨਹੀਂ ਗੀ। ਆਪਾਂ ਉਹਨਾਂ ਨੂੰ ਪ੍ਰਵਾਨ ਕਰੀਏ ਕਿ ਤੁਸੀਂ ਸਾਡੇ ਭਰਾ ਹੈਗੇ, ਤੁਸੀਂ ਨਾਨਕ ਨਾਮ ਲੇਵਾ ਹੋ, ਨਾਨਕ ਪੰਥੀ ਹੋ। ਸਿੱਖ ਨਹੀਂ ਅਖਵਾਉਂਦੇ ਤਾਂ ਵੀ ਕੋਈ ਗੱਲ ਨਹੀਂ ਗੀ। ਕਿਉਂਕਿ ਰਾਏ ਬਲਾਰ ਜੀ ਨੇ ਔਰ ਪੀਰ ਬੁੱਧੂ ਸ਼ਾਹ ਨੇ, ਉਹਨਾਂ ਨੇ ਆਪਣੇ ਆਪ ਨੂੰ ਸਿੱਖ ਨਹੀਂ ਅਖਵਾਇਆ, ਪਰ ਪੀਰ ਬੁੱਧੂ ਸ਼ਾਹ ਦੇ ਤੇ 4 ਬੇਟੇ 10ਵੇਂ ਪਾਤਸ਼ਾਹ ਵੱਲੋਂ ਲੜਦੇ ਸ਼ਹੀਦ ਹੋ ਗਏ ਨਾ। ਸੋ ਅਸੀਂ ਨਾਨਕ ਪੰਥੀਆਂ ਨੂੰ, ਨਾਨਕ ਨਾਮ ਲੇਵਾ ਜਿੰਨੇ ਨੇ, ਉਹਨਾਂ ਨੂੰ ਸਿੱਖ ਪ੍ਰਵਾਨ ਕਰੀਏ, ਨਾਮ ਭਾਵੇਂ ਕੋਈ ਵੀ ਰਵੇ। ਤੇ ਉਹਨਾਂ ਦੀਆਂ ਜੋ ਪਰੰਪਰਾਵਾਂ ਨੇ, ਜਿਸ ਰੂਪ ਚ ਹੈਗੀਆਂ ਨੇ, ਉਹਨਾਂ ਨੂੰ ਉਸੇ ਤਰ੍ਹਾਂ ਹੀ ਰਹਿਣ ਦੇਈਏ। ਭਾਵੇਂ ਪਰੰਪਰਾਵਾਂ ਸਦਾ ਹੀ ਬਦਲਦੀਆਂ ਰਹਿੰਦੀਆਂ ਨੇ ਥੋੜੀਆਂ ਥੋੜੀਆਂ, ਪਰ ਅੱਜ ਦੇ ਯੁੱਗ ਵਿੱਚ ਇਹ ਟੈਕਨੋਲੋਜੀ ਦੇ ਕਰਕੇ ਪਰਿਵਰਤਨ ਬਹੁਤ ਵੱਡੇ ਆ ਰਹੇ ਨੇ। ਉਹਨਾਂ ਪਰਿਵਰਤਨਾਂ ਤੋਂ ਬਚਾ ਕੇ ਜੋ ਉਹਨਾਂ ਦੇ ਆਪਣੀਆਂ ਪਰੰਪਰਾਵਾਂ ਨਿਯਮ ਹੈਗੇ ਨੇ, ਉਹ ਉਸੇ ਤਰ੍ਹਾਂ ਹੀ ਰਹਿਣ। ਸਾਡੀਆਂ 2 ਹੀ ਲੋੜਾਂ ਨੇ, ਇੱਕ ਤੇ ਉਹ ਸਾਡੇ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਣ, ਅਤੇ ਦੂਸਰਾ ਉਹ ਇਹ ਮੰਨਣ ਕਿ ਬਈ ਹਾਂ ਅਸੀਂ ਭਰਾ ਹੈਗੇ ਆ ਆਪਸ ਵਿੱਚ। ਬਾਕੀ ਕੋਈ ਲੋੜ ਨਹੀਂ ਸਾਡੀ। ਜਿਵੇਂ ਇੱਕ ਤੁਸੀਂ ਜ਼ਿਕਰ ਕੀਤਾ ਸੀ ਕਿ ਇੱਕ ਕਿਸੇ ਸੱਜਣ ਨੇ ਪੁਸਤਕ ਲਿਖੀ ਹੈ ਜਿਹਦੇ ਵਿੱਚ ਉਹਨੇ ਕਿਹਾ ਕਿ 22 ਕਰੋੜ ਅਸੀਂ ਸਿੱਖ ਹੈਗੇ ਆ। ਉਹ 22 ਕਰੋੜ ਜਿਹੜੇ ਨੇ ਉਹ ਲਾਮਿਆਂ ਦੇ ਰੂਪ ਵਿੱਚ ਜਾਂ ਵਣਜਾਰੇ, ਸਿਗਲੀਗਰ, ਜਿਸ ਵੀ ਰੂਪ ਚ ਉਹ ਹੈਗੇ ਨੇ, ਜਿਸ ਨਾਮ ਹੇਠ ਵੀ ਹੈਗੇ ਨੇ, ਉਸੇ ਤਰ੍ਹਾਂ ਉਹਨਾਂ ਨੂੰ ਪ੍ਰਵਾਨ ਕਰ ਲਈਏ। ਜੋ ਪਰੰਪਰਾਵਾਂ ਉਹਨਾਂ ਦੀਆਂ ਹੈਗੀਆਂ ਨੇ, ਉਹਨਾਂ ਨੂੰ ਉੱਥੇ ਹੀ ਰੱਖੀਏ। ਉਹਨਾਂ ਦੇ ਉੱਤੇ ਆਪਾਂ ਇਹ ਗੱਲ ਨਾ ਠੋਸੀਏ ਕਿ ਤੂੰ ਅਕਾਲ ਤਖਤ ਦੇ ਥੱਲੇ ਆ, ਤੂੰ ਮੁੱਖ ਧਾਰਾ ਵਿੱਚ ਆ। ਕਿਉਂਕਿ ਦੇਖੋ, ਤਖਤ ਤਾਂ ਜਿੰਨੇ ਨੇ ਸਾਰੇ ਸਿੱਖਾਂ ਨੇ ਬਣਾਏ ਨੇ, ਗੁਰੂ ਸਾਹਿਬ ਨੇ ਕੋਈ ਤਖਤ ਨਹੀਂ ਬਣਾਇਆ। ਔਰ ਅਕਾਲ ਤਖਤ ਦੇ ਜੋ ਅੱਜ ਉਹਨਾਂ ਦੇ ਪ੍ਰਬੰਧਕੀ ਹਾਲਾਤ ਨੇ, ਉਹ ਸਭ ਨੂੰ ਪਤਾ ਹੀ ਹੈ। ਇਸ ਕਰਕੇ ਔਰ ਇਹਦੇ ਨਾਲ ਹੀ ਜਿਹੜੀ ਗੱਲ ਹੈਗੀ ਹੈ ਕਿ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੋਵੋ। ਮੁੱਖ ਧਾਰਾ ਤੇ ਕੋਈ ਵੀ ਨਹੀਂ ਹੈਗੀ, ਹਰੇਕ ਹੀ ਆਪਣੇ ਆਪ ਨੂੰ ਮੁੱਖ ਧਾਰਾ ਸਮਝਦਾ। ਅਕਾਲੀ ਦਲ ਉਹ ਹੀ 5-7 ਵੰਡੇ ਪਏ ਨੇ, ਉਹ ਹਰੇਕ ਹੀ ਆਪਣੇ ਆਪ ਨੂੰ ਮੁੱਖ ਧਾਰਾ ਸਮਝਦਾ। ਸੋ ਇਸ ਕਰਕੇ ਉਹ ਜਿਵੇਂ ਵੀ ਹੈਗੇ ਨੇ, ਸਾਡੀ ਮੁੱਖ ਧਾਰਾ ਇੱਕੋ ਹੀ ਹੈ ਕਿ ਅਸੀਂ ਸਾਰੇ ਗੁਰੂ ਨਾਨਕ ਨਾਮ ਲੇਵਾ ਹੈਗੇ ਆ, ਤੇ ਗੁਰੂ ਨਾਨਕ ਪਾਤਸ਼ਾਹ ਦੇ ਥੱਲੇ ਉਹਦਾ ਨਾਂ ਲੈਂਦੇ ਲੈਂਦੇ ਸਾਡੀ ਉਹ ਰਲ ਕੇ ਇੱਕ ਮੁੱਖ ਧਾਰਾ ਹੈਗੀ ਹੈ। ਕੋਈ ਇੱਕ ਸੰਪਰਦਾ ਮੁੱਖ ਧਾਰਾ ਨਹੀਂ ਆਪਣੇ ਆਪ ਨੂੰ ਅਖਵਾ ਸਕਦੀ।
ਸੋ ਅਸੀਂ ਇਸ ਚੀਜ਼ ਨੂੰ ਪ੍ਰਵਾਨ ਠਾਕੁਰ ਕਰ ਜੀ ਲਈਏ। ਲੇਕਿਨ ਸਵਾਲ ਇੱਥੇ ਇਹ ਉੱਠਦਾ ਹੈ, ਠਾਕੁਰ ਜੀ ਸਵਾਲ ਇੱਥੇ ਇਹ ਜੀ ਉੱਠਦਾ ਹੈ ਕਿ ਜੀ ਜਦੋਂ ਤੁਸੀਂ ਮੁੱਖ ਧਾਰਾ ਦੀ ਗੱਲ ਕਰਦੇ ਹੋ, ਜਦੋਂ ਤੁਸੀਂ ਇੱਕ ਮੰਚ ਦੇ ਉੱਤੇ ਸਭ ਨੂੰ ਲਿਆਉਣ ਦੀ ਗੱਲ ਕਰਦੇ ਹੋ, ਤੁਹਾਨੂੰ ਮੈਂ ਜਦੋਂ ਸ਼ੁਰੂਆਤ ਦੇ ਵਿੱਚ ਇੱਕ ਰਾਜਨੀਤੀ ਸ਼ਬਦ ਜਿਹੜਾ ਉਹ ਵਰਤੋਂ ਕੀਤੀ ਸੀ, ਉਹਦਾ ਇੱਕ ਖਾਸ ਇੰਪੋਰਟੈਂਸ ਹੈ ਇੱਥੇ ਕਿ ਘੱਟ ਜੀ ਜੀ ਗਿਣਤੀਆਂ ਦੇ ਵਿੱਚ, ਥੋੜੀ ਗਿਣਤੀ ਦੇ ਵਿੱਚ ਇੱਕ ਲੀਡਰ ਚੁਣ ਲੈਣਾ ਸੌਖਾ ਹੋ ਜਾਂਦਾ ਹੈ, ਥੋੜੀ ਗਿਣਤੀ ਨੂੰ ਮੈਨੇਜ ਕਰ ਲੈਣਾ ਸੌਖਾ ਹੋ ਜਾਂਦਾ ਹੈ। ਜਦੋਂ ਸਾਰੇ ਨਾਨਕ ਨਾਮ ਦੇ ਲੇਵਾ ਸੰਗਤ ਨੂੰ ਇਕੱਠੇ ਕਰ ਲਾਂਗੇ, ਨਾਨਕ ਦੇ ਪੰਥ ਨੂੰ ਇਕੱਠਾ ਕਰ ਲਾਂਗੇ, ਤੁਹਾਨੂੰ ਨਹੀਂ ਲੱਗਦਾ ਕਿ ਸਾਡੀ ਲੀਡਰਸ਼ਿਪ ਨੂੰ ਡਰ ਲੱਗਦਾ ਹੈ ਕਿ ਜੇ ਆਪਾਂ ਸਾਰਿਆਂ ਨੂੰ ਇਕੱਠੇ ਕਰ ਲਿਆ, ਸਾਰਿਆਂ ਨੂੰ ਇੱਕੋ ਬੇੜੇ ਦੇ ਵਿੱਚ ਬਿਠਾ ਲਿਆ, ਤਾਂ ਉਸ ਵੇਲੇ ਜਿਹੜੀ ਹੈ ਸਾਡੀਆਂ ਲੀਡਰੀਆਂ ਖੁੱਸ ਜਾਣਗੀਆਂ। ਰਾਜਨੀਤੀ ਦੇ ਪੱਖੋਂ ਮੈਂ ਸਵਾਲ ਕਰ ਰਿਹਾ, ਜਿਹਦੇ ਕਰਕੇ ਹਮੇਸ਼ਾ ਅਸੀਂ ਇਸ ਜ਼ਿੰਮੇਵਾਰੀ ਨੂੰ ਟਾਲਣ ਦੀ ਕੋਸ਼ਿਸ਼ ਕਰਦੇ ਹਾਂ, ਇਹ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਜਿਹੜੇ ਹਾਲਾਤ ਬਣੇ ਨੇ ਉਹਨਾਂ ਨੂੰ ਉਸੇ ਤਰੀਕੇ ਬਣੇ ਰਹਿਣ ਦਿੰਦੇ ਹਾਂ। ਆਪ ਜੀ ਦੀ ਗੱਲ ਬਿਲਕੁਲ ਠੀਕ ਹੈ ਜੀ। ਮੈਂ ਇਹਦੇ ਤੇ ਥੋੜੀ ਜਿਹੀ ਅਗਲੀ ਗੱਲ ਕਰਦਾ, ਆਪ ਜੀ ਦੀ ਗੱਲ ਦੀ ਪ੍ਰੋੜਤਾ ਕਰਦਾ ਜੀ। ਜੀ ਇਹ ਦੱਸਿਆ ਜਾਂਦਾ ਹੈ ਕਿ ਡਾਕਟਰ ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੀ, ਜਦੋਂ ਭਾਰਤ ਸੁਤੰਤਰ ਹੋਇਆ ਤਾਂ ਉਹਨਾਂ ਨੇ ਸਿੱਖਾਂ ਨੂੰ ਆ ਕੇ ਕਿਹਾ ਕਿ ਮੈਂ 8 ਕਰੋੜ ਦਲਿਤ ਜਾਂ ਅਛੂਤ, ਜੋ ਵੀ ਨਾਮ ਉਹਨਾਂ ਦਾ ਆਪਾਂ ਦੇ ਦਈਏ ਸਤਿਕਾਰ ਸਹਿਤ, ਉਹਨਾਂ ਨੂੰ ਲੈ ਕੇ ਸਿੱਖ ਪੰਥ ਵਿੱਚ ਸ਼ਾਮਲ ਹੋਣਾ ਚਾਹੁੰਦਾ, ਕਿਉਂਕਿ ਮੈਂ ਸਾਰੇ ਧਰਮ ਪੜ੍ਹ ਲਏ ਨੇ, ਸਭ ਨੂੰ ਉੱਤਮ ਧਰਮ ਸਿੱਖ ਪੰਥ ਹੈ। ਆਪਾਂ ਸਾਡੇ ਸਿੱਖਾਂ ਦੇ ਆਗੂਆਂ ਨੇ ਕਹਿ ਦਿੱਤਾ ਜੀ ਕਿ ਨਹੀਂ, ਤੁਸੀਂ ਨਹੀਂ ਸਾਡੇ ਪੰਥ ਵਿੱਚ ਸ਼ਾਮਲ ਹੋ ਸਕਦੇ। ਅੰਦਰ ਗੱਲ ਇਹ ਸੀ ਕਿ ਜੇ ਤੁਸੀਂ ਆ ਗਏ, ਮੈਂ ਨਹੀਂ ਕਹਿ ਰਿਹਾ, ਪਰ ਸਾਡੇ ਆਗੂਆਂ ਦੇ ਮਨ ਦੇ ਵਿੱਚ ਇਹ ਸੀ ਕਿ ਜੇ ਇਹ ਜਿਹੜੇ ਵੀ ਮਜਬੀ ਜਾਂ ਜਿਹੜੇ ਵੀ ਆ ਗਏ ਤੇ ਇਹ ਇੰਨੇ ਜਾਣੇ ਆ ਗਏ ਤੇ ਗੁਰਦੁਆਰੇ ਤੇ ਦੀ ਗੋਲਕ ਤੇ ਇਹ ਲੈ ਜਾਣਗੇ, ਗੁਰਦੁਆਰੇ ਤੇ ਕਬਜ਼ਾ ਇਹ ਹੋ ਜਾ, ਇਹਨਾਂ ਦਾ ਹੋ ਜਾਣਾ, ਗਿਣਤੀ ਵੱਧ ਜਾਣੀ ਹੈ, ਪ੍ਰਧਾਨ ਇਹ ਬਣ ਜਾਣਗੇ, ਤੇ ਮੇਰੀ ਪਦਵੀ ਤੇ ਮੇਰੇ ਪੈਸੇ ਦਾ ਕੀ ਹੋਵੇ। ਸੋ ਮੈਂ ਇਸੇ ਕਰਕੇ ਬੇਨਤੀ ਕੀਤੀ ਸੀ ਕਿ ਇਹ ਤੁਹਾਡੀ ਗੱਲ ਆਪਣੇ ਥਾਂ ਠੀਕ ਹੈ ਕਿ ਰਾਜਨੀਤਿਕ ਸਾਡੇ ਆਗੂਆਂ ਦੀ ਉਹ ਸੋਚ ਹੈ, ਪਰ ਮੇਰੀ ਬੇਨਤੀ ਇਹ ਸੀ ਕਿ ਸਾਡੇ ਵਿਦਵਾਨ ਤੇ ਸ਼ਰਧਾਲੂ ਆਗੂ ਹੋਣ, ਪਰ ਨਿਰਲਾਲਚ ਹੋਣ। ਨਿਰਲਾਲਚ ਜਦੋਂ ਹੋਵੇਗਾ ਉਹ ਪੰਥ ਵਾਸਤੇ ਸੋਚੇਗਾ, ਉਹਨੂੰ ਇਹ ਨਹੀਂ ਸੋਚ ਹੋਵੇਗੀ ਕਿ ਬਈ ਮੇਰੀ ਪਦਵੀ ਬਚੇ ਤੇ ਗੋਲਕ ਬਚੇ। ਸੋ ਇਹ ਆਪ ਜੀ ਦੀ ਗੱਲ ਬਿਲਕੁਲ ਠੀਕ ਹੈ ਕਿ ਸਾਡੇ ਆਗੂਆਂ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਫਿਕਰ ਹੈ। ਉਹਨਾਂ ਨੇ ਤੇ ਪੰਥ ਦੀਆਂ ਧੱਜੀਆਂ ਉਡਾ ਦਿੱਤੀਆਂ ਨੇ ਆਪਣੀਆਂ ਪਦਵੀਆਂ ਤੇ ਆਪਣੇ ਪੈਸੇ ਵਾਸਤੇ। ਜੀ ਸਾਡੀ ਜਿਹੜੀ ਗੁਰਬਾਣੀ ਹੈ, ਗੁਰਬਾਣੀ ਨੂੰ ਦੁਨੀਆ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਉਹਨਾਂ ਦਾ ਅਨੁਵਾਦ ਕੀਤਾ ਗਿਆ। ਬਹੁਤ ਸਾਰੇ ਲੋਕ ਜਿਹੜੇ ਫਿਜ਼ੀਕਲੀ ਤੌਰ ਤੇ ਸਾਡੇ ਕੋਲ ਨਹੀਂ ਸੀ ਆ ਸਕਦੇ, ਉਹਨਾਂ ਨੇ ਗੁਰਬਾਣੀ ਨੂੰ ਪੜ੍ਹਿਆ, ਉਹਨਾਂ ਨੇ ਗੁਰਬਾਣੀ ਨੂੰ ਸਮਝਿਆ ਅਤੇ ਉਹਨਾਂ ਨੇ ਗੁਰਬਾਣੀ ਨੂੰ ਧਾਰਨ ਕੀਤਾ। ਪਰ ਜਿਹੜੇ ਲੋਕਾਂ ਦੇ ਕੋਲ ਗੁਰਬਾਣੀ ਦਾ ਸਰਮਾਇਆ ਸੀ, ਖਾਸ ਤੌਰ ਤੇ ਮੈਂ ਪੰਜਾਬੀਅਤ ਦੀ ਗੱਲ ਕਰਦਾ, ਪੰਜਾਬੀਅਤ ਦੇ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਤੌਰ ਤੇ, ਵੱਖ-ਵੱਖ ਲੀਡਰਾਂ ਦੇ ਤੌਰ ਤੇ, ਵੱਖ-ਵੱਖ ਡੇਰਿਆਂ ਦੇ ਤੌਰ ਤੇ ਅਤੇ ਵੱਖ-ਵੱਖ ਜਿਹੜੇ ਤਖਤਾਂ ਦੇ ਤੌਰ ਤੇ ਐਡਾ ਕੁ ਵੱਡਾ ਆਪਸ ਦੇ ਵਿੱਚ ਵਿਵਾਦ ਕ੍ਰੀਏਟ ਕੀਤਾ ਗਿਆ ਕਿ ਨਿੱਤ ਦਿਹਾੜੇ ਅੱਜ ਕੱਲ੍ਹ ਵੀਡੀਓਜ਼ ਜਿਹੜੀਆਂ ਨੇ ਰਿਲੀਜ਼ ਹੁੰਦੀਆਂ ਨੇ, ਗੁਰਬਾਣੀ ਦੇ ਉੱਤੇ ਕਿੰਤੂ ਪਰੰਤੂ ਕੀਤਾ ਜਾਂਦਾ। ਜਿਹੜੇ ਲੋਕ ਇਹ ਤੋਂ ਸਿੱਖ ਕੇ ਆਪਣਾ ਜੀਵਨ ਸੁਧਾਰ ਰਹੇ ਨੇ ਉਹ ਇੱਕ ਪਾਸੇ ਨੇ, ਉਹਨਾਂ ਨੂੰ ਲੱਗਦਾ ਕਿ ਇਹ ਲੋਕ ਜਿਨ੍ਹਾਂ ਦੇ ਕੋਲ ਇੰਨਾ ਵੱਡਾ ਮੁੱਢਲਾ ਸਰਮਾਇਆ ਸੀ, ਇਹ ਲੋਕ ਕਿਸ ਤਰੀਕੇ ਨਾਲ ਜਿਹੜਾ ਉਹ ਆਪਸ ਦੇ ਵਿੱਚ ਭਿੜ ਰਹੇ ਨੇ, ਅਤੇ ਜਿਹੜਾ ਇਹਨਾਂ ਦੇ ਵਿੱਚ ਆਪਸੇ ਪ੍ਰੇਮ ਹੋਣਾ ਚਾਹੀਦਾ ਸੀ, ਅਗਰ ਕੋਈ ਮਨ ਮੁਟਾਵ ਹੈਗਾ, ਅਗਰ ਕੋਈ ਮਤਭੇਦ ਹੈਗਾ ਗੁਰਬਾਣੀ ਨੂੰ ਲੈ ਕੇ, ਅਗਰ ਕੋਈ ਕਿੰਤੂ ਪਰੰਤੂ ਹੈਗੀ ਹੈ, ਇੱਕ ਕਮਰੇ ਦੇ ਵਿੱਚ ਦਰਵਾਜ਼ਾ ਬੰਦ ਕਰਕੇ ਉਸ ਨੂੰ ਸੁਲਝਾਉਣ ਦੀ ਬਜਾਏ ਜਿਸ ਤਰੀਕੇ ਨਾਲ ਇਹਨਾਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਹੈ, ਜਿਸ ਤਰੀਕੇ ਨਾਲ ਇਹਨਾਂ ਨੇ ਪਬਲਿਕਲੀ ਇੱਕ ਦੂਜੇ ਤੇ ਜਾ ਕੇ ਹਮਲੇ ਕੀਤੇ ਨੇ, ਤੁਹਾਨੂੰ ਕੀ ਲੱਗਦਾ ਕਿ ਇਹ ਕਿੰਨਾ ਕੁ ਜ਼ਿਆਦਾ ਗਲਤ ਹੈ ਤੇ ਆਪਾਂ ਇਹਨੂੰ ਸੁਧਾਰਨ ਵਾਸਤੇ ਕੀ ਕਰ ਸਕਦੇ ਹਾਂ? ਬੇਨਤੀ ਹੈ ਜੀ ਕਿ ਇਹ ਆਪ ਜੀ ਦਾ ਪ੍ਰਸ਼ਨ ਜਿਹੜਾ ਹੈ ਇਹ ਬਹੁਤ ਹੀ ਮਹੱਤਵਪੂਰਨ ਹੈ। ਉਹਦੇ ਵਾਸਤੇ ਮੇਰੀ ਬੇਨਤੀ ਇਹ ਹੈਗੀ ਹੈ, ਮੇਰਾ ਸੁਝਾਅ ਇਹ ਹੈ, ਸਭ ਤੋਂ ਪਹਿਲੀ ਗੱਲ ਕਿ ਤੁਹਾਡੇ ਵਰਗੇ ਜਿਹੜੇ ਮੀਡੀਆ ਜਿਨ੍ਹਾਂ ਦੇ ਕੋਲ ਹੈ, ਉਹ ਸਾਰਿਆਂ ਨੂੰ ਇਹ ਪ੍ਰੇਰਨਾ ਦੇਣ ਕਿ ਭਾਈ ਆਪਾਂ ਵਿਵਾਦ ਖੜੇ ਨਹੀਂ ਕਰਨੇ, ਔਰ ਗੁਰਬਾਣੀ ਨੂੰ ਅਸੀਂ, ਕਿਉਂਕਿ ਗੁਰਬਾਣੀ ਦੇ ਕਈ ਰੂਪ ਨੇ, ਗੁਰਬਾਣੀ ਇੱਕ ਥਾਂ ਤੇ ਮੰਤਰ ਸ਼ਕਤੀ ਹੈ, ਇੱਕ ਥਾਂ ਤੇ ਜੀਵਨ ਜਾਚ ਹੈ, ਇੱਕ ਥਾਂ ਤੇ ਇਤਿਹਾਸ ਹੈ, ਕਈ ਰੂਪ ਨੇ। ਗੁਰਬਾਣੀ ਨੂੰ ਅਸੀਂ ਸ਼ਰਧਾ ਨਾਲ ਮੰਨਣਾ, ਗੁਰਬਾਣੀ ਨੂੰ ਅਸੀਂ ਉਧੇੜ ਕੇ ਉਹਨੂੰ ਇੱਕ ਇੱਕ ਵਾਲ ਕਰਕੇ ਤੇ ਉਹਦੀ ਪੜਚੋਲ ਕਰਕੇ ਉਹਦੇ ਤੋਂ ਲੋਕਾਂ ਨੂੰ ਬੇਸ਼ਰਧ ਨਹੀਂ ਕਰਨਾ।
ਇਹ ਪ੍ਰੇਰਨਾ ਗੁਰਦੁਆਰਿਆਂ ਚੋਂ ਵੀ ਦਿੱਤੀ ਜਾਵੇ, ਸਾਰੇ ਥਾਵਾਂ ਤੋਂ ਦਿੱਤੀ ਜਾਵੇ, ਉਹਦੇ ਨਾਲ ਕੁਝ ਲਾਭ ਹੋਵੇਗਾ। ਔਰ ਦੂਸਰਾ ਜਿਹੜੀ ਮੈਂ ਪਹਿਲੋਂ ਗੱਲ ਤੁਸੀਂ ਵੀ ਕੀਤੀ ਸੀ ਤੇ ਮੈਂ ਇੱਕ ਹੋਰ ਗੱਲ ਉਹਦੇ ਵਿੱਚ ਕਰਨੀ ਚਾਹੁੰਦਾ ਕਿ ਇਹਦੇ ਵਾਸਤੇ ਮੈਂ ਇੱਕ ਤਾਂ ਅਸੀਂ ਜਿੰਨੀਆਂ ਸੰਪਰਦਾਵਾਂ ਨੇ ਸਾਰੀਆਂ ਸੰਪਰਦਾਵਾਂ ਨੂੰ ਇਕੱਠੇ ਕਰਕੇ ਭਾਈਏ, ਲਗਾਤਾਰ ਗੁਰੂ ਨਾਨਕ ਨਾਮ ਲੇਵਾ ਸੰਮੇਲਨ ਹੁੰਦੇ ਰਹਿਣ, ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਇਹ ਬੇਨਤੀਆਂ ਕਰਦੇ ਰਹੀਏ, ਉਹਦੇ ਨਾਲ ਕਾਫੀ ਲਾਭ ਹੋ ਸਕਦਾ। ਅਸੀਂ ਆਪ ਜੀ ਦੀ ਜਾਣਕਾਰੀ ਵਾਸਤੇ ਦੱਸਾਂ ਕਿ ਅਸੀਂ ਵੈਸੇ ਮੇਰੇ ਦਾਦਾ ਜੀ ਨੇ ਸਰਗੁਰੂ ਪ੍ਰਤਾਪ ਸਿੰਘ ਜੀ ਨੇ ਕੀਤੀ ਸੀ 2034-35 ਵਿੱਚ ਗੁਰੂ ਨਾਨਕ ਨਾਮ ਲੇਵਾ ਸੰਮੇਲਨ ਕੀਤਾ ਸੀ। ਉਦੋਂ ਵੀ ਬਹੁਤ ਵੱਡੇ ਵਿਰੋਧ ਹੋਏ ਸੀ 1934-35 ਦੇ ਵਿੱਚ, ਯਾਨੀ ਜੀ ਹਾਂ 1934 ਵਿੱਚ ਹੋਇਆ ਸੀ ਤੇ ਜੀ। ਬਹੁਤ ਵੱਡੇ ਵਿਰੋਧ ਹੋਏ ਸੀ, ਕਿਉਂਕਿ ਮੀਡੀਆ ਦੀ, ਤੁਸੀਂ ਵੀ ਮੀਡੀਆ ਵਾਲੇ ਹੀ ਹੈਗੇ ਹੋ, ਮੀਡੀਆ ਦੀ ਇੱਕ ਇਸ ਤਰ੍ਹਾਂ ਦੀ ਸੋਚ ਹੈ ਕਿ ਉਹਨਾਂ ਨੇ ਸਾਡੇ ਮਨੁੱਖ ਦੀ ਮਾਨਸਿਕਤਾ ਨੂੰ ਪੜ੍ਹ ਲਿਆ ਕਿ ਮਨੁੱਖ ਭੜਕਾਊ ਗੱਲਾਂ ਸੁਣ ਕੇ ਖੁਸ਼ ਰਹਿੰਦਾ ਤੇ ਮੀਡੀਆ ਸਾਨੂੰ ਭੜਕਾ ਕੇ ਖੁਸ਼ ਰੱਖਦਾ। ਸੋ ਮੇਰੀ ਗੱਲ ਤੁਸੀਂ ਮੀਡੀਆ ਵਾਲਿਆਂ ਨੂੰ ਵੀ ਸ਼ਾਇਦ ਚੰਗੀ ਨਾ ਲੱਗੇ, ਪਰ ਇਹ ਹੈਗਾ ਕਿ ਮੈਂ ਆਪਣੀ ਗੱਲ ਕਹਿ ਦਿੱਤੀ ਹੈ। ਇਹ ਉਦੋਂ ਵੀ ਬੜਾ ਤਗੜਾ ਵਿਰੋਧ ਹੋਇਆ ਸੀ ਕਿ ਗੁਰੂ ਨਾਨਕ ਨਾਮ ਲੇਵਾ ਤੇ ਇਕੱਠੇ ਕਿਉਂ ਹੋ ਰਹੇ ਨੇ। ਪਰ ਚਲੋ ਉਦੋਂ ਉਹਨਾਂ ਨੇ ਜਿਹੜੀਆਂ ਸ਼ਰਤਾਂ ਲਾਈਆਂ ਉਹ ਇਹ ਸੀ ਕਿ ਤੁਹਾਡੇ ਨਾਮਧਾਰੀਆਂ ਦਾ ਮੁੱਖ ਸਥਾਨ ਦੇ ਉੱਤੇ 10 ਪਾਤਸ਼ਾਹੀਆਂ ਦੀ ਅਰਦਾਸ ਹੋਵੇਗੀ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ, ਕਿਉਂਕਿ ਸਾਡਾ ਵਿਸ਼ਵਾਸ ਜਿਹੜਾ ਹੈਗਾ ਉਹ 10 ਪਾਤਸ਼ਾਹੀਆਂ ਤੋਂ ਅੱਗੇ ਵੀ ਹੈਗਾ। तो ਅਸੀਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ, ਮੇਰੇ ਦਾਦਾ ਜੀ ਨੇ ਆਖਿਆ ਜੀ ਕਿ ਤੁਸੀਂ ਆਓ, ਆਪਾਂ ਇਕੱਠੇ ਹੋ ਜਾਈਏ, ਅਸੀਂ ਤੁਹਾਡੀ ਹਰ ਸ਼ਰਤ ਮੰਨਣ ਨੂੰ ਤਿਆਰ ਹਾਂ, ਤੁਸੀਂ ਆਓ। ਤੇ ਉਹ ਆਏ। ਉੱਥੇ ਜਿਹੜੇ ਉਦੋਂ ਸਨ ਮੁਖੀ ਮਾਸਟਰ ਤਾਰਾ ਸਿੰਘ ਜੀ ਔਰ ਭਾਈ ਅਰਜਨ ਸਿੰਘ ਜੀ ਬਾਗੜੀਆ ਆਦਿ ਜਿਹੜੇ ਵੀ ਸਨ, ਉਹ ਸਾਰੇ ਆਏ। 10 ਪਾਤਸ਼ਾਹੀਆਂ ਦੀ ਅਰਦਾਸ ਹੋਈ, ਸਾਰਾ ਕੁਝ ਹੋਇਆ। ਅਸੀਂ ਹੱਥ ਜੋੜ ਕੇ ਸੁਣਿਆ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਅੱਗੇ ਹੀ ਮੱਥਾ ਟੇਕਦੇ ਹਾਂ ਤੇ ਕੋਈ ਸਮੱਸਿਆ ਹੀ ਨਹੀਂ ਹੈਗੀ। ਔਰ ਉਦਾਸੀ ਨਿਰਮਲੇ ਸਾਰੀਆਂ ਸੰਪਰਦਾਵਾਂ ਆਈਆਂ ਤੇ ਉੱਥੇ ਇਹ ਗੱਲ ਤੈਅ ਹੋਈ ਕਿ ਆਪਾਂ ਮੰਡਨ ਕਰੀਏ, ਕਿਸੇ ਦਾ ਖੰਡਨ ਨਾ ਕਰੀਏ। ਪਰ ਉਹ 1 ਸਾਲ ਹੋਰ ਹੋਈ, ਉਸ ਤੋਂ ਬਾਅਦ ਜਿਹੜੇ ਫਿਰ ਏਕਤਾ ਵਿਰੋਧੀ ਸ਼ਕਤੀਆਂ ਸੀ ਉਹ ਭਾਰੂ ਹੋ ਗਈਆਂ, ਉਹਨਾਂ ਨੇ ਏਕਤਾ ਕਰਾਉਣ ਵਾਲਿਆਂ ਦੀ ਨਹੀਂ ਚੱਲਣ ਦਿੱਤੀ। ਇਸੇ ਤਰ੍ਹਾਂ ਉਹਨਾਂ ਦੀ ਗੁਰੂ ਜੀ ਦੀ ਕਿਰਪਾ ਦੇ ਨਾਲ ਸਨ 2014 ਅਪ੍ਰੈਲ ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਸੀ ਤੇ ਉਦੋਂ ਇੱਥੋਂ ਤੱਕ ਹੋ ਗਿਆ ਕਿ ਬਾਦਲ ਸਾਹਿਬ ਨੂੰ ਕਹਿ ਕੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਤੇ ਹੋਰ ਤਖਤਾਂ ਦੇ ਜਥੇਦਾਰਾਂ ਨੂੰ ਬੁਲਾਇਆ, ਪਰ ਉਹ ਜਥੇਦਾਰ ਸਾਹਿਬਾਨ ਰਾਤ ਨੂੰ ਦਿੱਲੀ ਪਹੁੰਚ ਕੇ ਉਹ ਵਾਪਸ ਚਲੇ ਗਏ, ਸਵੇਰੇ ਤੜਕੇ ਜਾਂ ਰਾਤੋਂ ਰਾਤ ਹੀ ਭੱਜ ਗਏ, ਉਸ ਸੰਮੇਲਨ ਦੇ ਵਿੱਚ ਸ਼ਾਮਲ ਨਹੀਂ ਹੋਏ। ਜਿਹੜੇ ਸਨ ਤਖਤ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਜੀ, ਉਹ ਆਏ, ਔਰ ਤਖਤ ਦਮਦਮਾ ਸਾਹਿਬ ਤੋਂ ਇੱਕ ਛੋਟੇ ਜਥੇਦਾਰ ਜੀ ਆਏ। ਉਹਨਾਂ ਨੂੰ ਏਕਤਾ ਦਾ ਫਲ ਇਹ ਮਿਲਿਆ ਕਿ ਸ਼੍ਰੋਮਣੀ ਕਮੇਟੀ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਸੋ ਇਸ ਤਰ੍ਹਾਂ ਦੀ ਸੋਚ ਸਾਡੇ ਜਿਹੜੇ ਇਸ ਵੇਲੇ ਸੱਤਾਧਾਰੀ ਹੈਗੇ ਨੇ ਉਹਨਾਂ ਦੀ। ਔਰ ਉੱਥੇ ਜਿਹੜੀ ਅਸੀਂ ਕਰਵਾਈ ਸੀ, ਦੇਖੋ ਸਾਡਾ ਵਿਸ਼ਵਾਸ ਜਿਹੜਾ ਹੈ ਉਹ ਹੈਗਾ, ਅਸੀਂ ਦੇਹਧਾਰੀ ਨੂੰ ਗੁਰੂ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਬਾਣੀ ਮੰਨਦੇ ਹਾਂ, ਪਰ ਏਕਤਾ ਵਾਸਤੇ ਅਸੀਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ, 10 ਪਾਤਸ਼ਾਹੀਆਂ ਦੀ ਅਰਦਾਸ ਹੋਈ ਅਤੇ ਆਗਿਆ ਪਈ ਅਕਾਲ ਕੀ ਪੜ੍ਹਿਆ ਗਿਆ, ਜਿਹਨੂੰ ਕਿ ਅਸੀਂ ਬਿਲਕੁਲ ਨਹੀਂ ਮੰਨਦੇ, ਖੰਡਨ ਕਰਦੇ ਹਾਂ, ਪਰ ਉੱਥੇ ਪੜ੍ਹਿਆ ਗਿਆ। ਅਸੀਂ ਚੁੱਪ ਕਰਕੇ ਸੁਣਿਆ ਨਾ, ਕੋਈ ਨਹੀਂ ਗੱਲ, ਤੁਸੀਂ ਕਹਿੰਦੇ ਹੋ, ਸਾਨੂੰ ਉਹਦੇ ਤੋਂ ਕੋਈ ਏਡੀ ਨਫ਼ਰਤ ਨਹੀਂ ਕਿ ਅਸੀਂ ਤੁਹਾਡੇ ਗਲ ਪੈ ਜਾਈਏ। ਤੁਸੀਂ ਆਪਣੇ ਮੂੰਹ ਨਾਲ ਕਰਦੇ ਹੋ, ਅਸੀਂ ਸੁਣਾਂਗੇ। ਵਿਸ਼ਵਾਸ ਆਪੋ ਆਪਣਾ, ਪਰ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਅਸੀਂ ਇਕੱਠੇ ਹੋ ਸਕਦੇ। ਸੋ ਉਹ ਯਤਨ ਵੀ ਸਾਡਾ ਅਸਫਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੱਤਾਧਾਰੀਆਂ ਵੱਲੋਂ। ਔਰ ਉਹਦੇ ਦੌਰਾਨ ਕੁਝ ਹੋਰ ਰੋਚਕ ਚੀਜ਼ਾਂ ਸਾਹਮਣੇ ਆਈਆਂ ਕਿ ਉਦਾਸੀਆਂ ਨੂੰ ਜਦੋਂ ਸੱਦਣ ਗਏ ਹਰਿਦੁਆਰ, ਉਦਾਸੀਆਂ ਨੇ ਆਖਿਆ ਜੀ ਕਿ ਸਾਡੇ ਕੋਲ ਬੀੜਾਂ ਦਾ ਪ੍ਰਕਾਸ਼ ਹੁੰਦਾ ਸੀ, ਸਾਰਾ ਕੁਝ ਸੀ, ਪਰ ਜਦੋਂ ਤੋਂ ਤੁਹਾਡਾ ਗੁਰਦੁਆਰਾ ਐਕਟ ਬਣਿਆ ਔਰ ਸਾਨੂੰ ਇਹ ਦੱਸਿਆ ਗਿਆ ਕਿ ਜਿੱਥੇ ਬੀੜਾਂ ਦਾ ਪ੍ਰਕਾਸ਼ ਹੁੰਦਾ ਉੱਥੇ ਉਹ ਸਾਡਾ ਸਿੱਖਾਂ ਦਾ ਸਥਾਨ ਹੈ ਤੇ ਅਸੀਂ ਉੱਥੇ ਕਬਜ਼ਾ ਕਰ ਲੈਣਾ, ਅਸੀਂ ਡਰਦਿਆਂ ਨੇ ਬੀੜਾਂ ਨੂੰ, ਯਾਨੀ ਜਿਹੜੇ ਸਰੂਪ ਸੀ ਗੁਰਬਾਣੀ ਦੇ, ਉਹਨਾਂ ਨੂੰ ਖੂਹਾਂ ਦੇ ਵਿੱਚ ਸੁੱਟ ਕੇ
ਆਪਣੇ ਡੇਰੇ ਬਚਾਏ ਔਰ ਅਸੀਂ ਚਿਲਮਾ ਮੂੰਹ ਦੇ ਵਿੱਚ ਫੜ ਕੇ ਤੇ ਕੋਰਟ ਜਾ ਕੇ ਅਸਾਂ ਬਿਆਨ ਦਿੱਤਾ ਕਿ ਅਸੀਂ ਸਿੱਖ ਨਹੀਂ ਹੈਗੇ। ਮਤਲਬ ਦੀ ਗੱਲ ਇਹ ਸੀ ਕਿ ਸਾਡੇ ਜਿਹੜੇ ਨਿਰਮਲਿਆਂ ਦੇ ਅਖਾੜੇ, ਡੇਰੇ, ਧਰਮਸ਼ਾਲਾ, ਜੋ ਵੀ ਨਾਮ ਦੇ ਦਿਓ, ਸਾਨੂੰ ਇਹ ਡਰ ਸੀ ਕਿ ਸਿੱਖਾਂ ਨੇ ਉਹਦੇ ਜਿਹੜੇ ਹੈਗੇ ਨੇ ਆਪਣੇ ਆਪ ਨੂੰ ਮੁੱਖ ਧਾਰਾ ਅਖਵਾਉਣ ਵਾਲੇ ਤੇ ਜਿਹੜੇ ਸ਼੍ਰੋਮਣੀ ਕਮੇਟੀ ਆਦਿ ਨਾਲ ਸੰਬੰਧਿਤ ਸਿੱਖ ਨੇ, ਉਹਨਾਂ ਨੇ ਸਾਡੇ ਡੇਰਿਆਂ ਤੇ ਕਬਜ਼ਾ ਕਰ ਲੈਣਾ। ਇਸ ਕਰਕੇ ਚਿਲਮਾ ਮੂੰਹ ਚ ਪਾ ਕੇ ਤੇ ਅਸੀਂ ਜਾ ਕੇ ਕੋਰਟ 'ਚ ਬਿਆਨ ਦੇਤੇ ਕਿ ਅਸੀਂ ਸਿੱਖ ਨਹੀਂ ਹੈਗੇ, ਅਸੀਂ ਤਾਂ ਵੱਖਰੇ ਆ। ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਔਰ ਇਹ ਕੰਮ ਕਰਕੇ ਅਸੀਂ ਸਾਰੀਆਂ ਸਿੱਖ ਸੰਪਰਦਾਵਾਂ ਸਾਡੇ ਸੱਤਾਧਾਰੀਆਂ ਨੇ ਦੂਰ ਕਰ ਦਿੱਤੀਆਂ ਨੇ ਔਰ ਉਹਦੇ ਕਰਕੇ ਸਿੱਖ ਪੰਥ ਘਟਿਆ। ਸੋ ਮੇਰਾ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਅਸੀਂ ਉਹਦੇ ਵਿੱਚ ਇੱਕ ਤਰੀਕਾ ਇਹ ਹੈਗਾ ਕਿ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਇਕੱਠਿਆਂ ਕਰੀਏ, ਉਹਨਾਂ ਨੂੰ ਕਹੀਏ ਜੀ ਕਿ ਆਪਾਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੇ ਇਸ ਤਰ੍ਹਾਂ ਦੇ ਵਿਵਾਦ ਖੜੇ ਨਹੀਂ ਕਰਨੇ। ਗੁਰਬਾਣੀ ਨੂੰ ਸ਼ਰਧਾ ਪੂਰਵਕ ਮੰਨ ਕੇ ਜਿਵੇਂ ਹੈਗੀ ਹੈ ਉਸੇ ਤਰ੍ਹਾਂ ਹੀ ਰੱਖੀਏ। ਹੁਣ ਜਿਵੇਂ ਰਾਗਮਾਲਾ ਬੜਾ ਤਗੜਾ ਵਿਵਾਦ ਹੈ। ਦੇਖੋ ਆਪ ਜੀ ਨੂੰ ਸ਼ਾਇਦ ਧਿਆਨ ਚ ਹੋਵੇਗਾ ਕਿ ਹਰਮੰਦਰ ਸਾਹਿਬ ਰਾਗਮਾਲਾ ਪੜ੍ਹੀ ਜਾਂਦੀ, ਅਕਾਲ ਤਖਤ ਤੇ ਨਹੀਂ ਪੜ੍ਹੀ ਜਾਂਦੀ। ਕਿਉਂ ਬਈ? ਜਦੋਂ ਬੀੜ ਦੇ ਵਿੱਚ ਹੈਗੀ ਹੈ ਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈਗੀ ਤੇ ਕਿਉਂ ਨਹੀਂ ਪੜ੍ਹੀ ਜਾਂਦੀ? ਬਸ ਉਹ ਕੁਝ ਬੰਦਿਆਂ ਦੇ ਦਿਮਾਗ ਚ ਆ ਗਈ ਤੇ ਲਾਲਾ ਲਾਲਾ ਕਰ ਦਿੱਤੀ। ਅੱਛਾ, ਹੁਣ ਰਾਗਮਾਲਾ ਦੇ ਉੱਤੇ ਕਿੰਤੂ ਪਰੰਤੂ ਕਰਨ ਦਾ ਕੀ ਮਤਲਬ ਹੈ? ਰਾਗਮਾਲਾ ਦੇ ਵਿੱਚ ਕੋਈ ਇੱਕ ਵੀ ਸ਼ਬਦ ਅਸ਼ਲੀਲ ਨਹੀਂ ਹੈਗਾ, ਇੱਕ ਵੀ ਸ਼ਬਦ ਅਸ਼ਲੀਲ ਨਹੀਂ। ਇੱਕ ਰਾਗਾਂ ਦੀ ਵਿਆਖਿਆ, ਹੋਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈਗੀਆਂ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਜੇ ਕਿੰਤੂ ਪਰੰਤੂ ਕਰਨ ਲੱਗੀਏ ਤੇ ਉਹਨਾਂ ਨੂੰ ਹੀ ਕੱਢਣ ਤੇ ਤੁਰ ਪਵਾਂਗੇ। ਪਰ ਜਦੋਂ ਆਪਾਂ ਉਹਨੂੰ ਆਪਣੇ ਸ਼ਰਧਾ ਨਾਲ ਮੰਨਾਂਗੇ ਤੇ ਫਿਰ ਕਿੰਤੂ ਪਰੰਤੂ ਨਹੀਂ ਹੁੰਦਾ। ਔਰ ਇੱਕ ਚੀਜ਼ ਹੋਰ ਪ੍ਰਚਾਰਨ ਦੀ ਲੋੜ ਹੈ, ਮੀਡੀਆ ਤੇ ਗੁਰਦੁਆਰਿਆਂ ਦੇ ਰਾਹੀਂ ਸਾਰੇ ਪਾਸਿਆਂ ਤੋਂ ਪ੍ਰੇਰਨਾ ਦੇਣ ਦੀ ਲੋੜ ਹੈ ਵਿਦਵਾਨਾਂ ਨੂੰ ਕਿ ਤੁਸੀਂ ਐਵੇਂ ਹਰ ਗੱਲ ਦੇ ਉੱਤੇ ਇੱਕ ਨਵੀਂ ਖੋਜ ਕਰਕੇ ਨਵਾਂ ਪੰਗਾ ਨਾ ਖੜਾ ਕਰੋ, ਨਵਾਂ ਵਿਵਾਦ ਨਾ ਖੜਾ ਕਰੋ ਕਿ ਜਪਜੀ ਸਾਹਿਬ ਦੀਆਂ 2 ਪੌੜੀਆਂ ਗੁਰੂ ਨਾਨਕ ਜੀ ਦੀਆਂ ਨਹੀਂ, ਇਹ ਫਲਾਣੇ ਗੁਰੂ ਦੀਆਂ ਨੇ। ਕੋਈ ਨਵੀਂ ਤੋਂ ਨਵੀਂ ਖੋਜ ਕਰਕੇ ਆਪਣਾ ਨਾਂ ਚਮਕਾਉਣ ਲਈ ਇੱਕ ਨਵਾਂ ਸਿਆਪਾ ਖੜਾ ਕਰ ਦਿੰਦਾ। ਉਹਦੇ ਨਾਲ ਲੋਕਾਂ ਦੀ ਸ਼ਰਧਾ ਘਟਦੀ ਹੈ। ਉਹਦਾ ਨਾਂ ਤੇ ਚਮਕ ਜਾਂਦਾ ਪਰ ਲੋਕਾਂ ਦੀ ਸ਼ਰਧਾ ਘਟਦੀ ਹੈ। ਇਹ ਗੱਲਾਂ ਉਹਨਾਂ ਨੂੰ ਆਖਣ ਵਾਲਾ ਕੋਈ ਨਹੀਂ ਤੇ ਉਹ ਸੁਣਦੇ ਵੀ ਨਹੀਂਗੇ। ਸੋ ਇਹ ਮੇਰੇ ਖਿਆਲ ਦੇ ਵਿੱਚ ਜੇ ਇਹ ਕਰੀਏ ਉਹਦੇ ਨਾਲ ਕਾਫੀ ਲਾਭ ਹੋ ਸਕਦਾ। ਨਹੀਂ, ਜਿਹੜੇ ਤੁਸੀਂ YouTube ਤੇ ਵਿਦਵਾਨਾਂ ਦੀ ਅੱਜ ਕੱਲ ਗੱਲ ਕਰ ਰਹੇ ਹੋ, ਇਹ ਸੋਸ਼ਲ ਮੀਡੀਆ ਤੇ ਵਿਦਵਾਨ ਹੈਗੇ ਨੇ ਜਿਨ੍ਹਾਂ ਕੋਲ ਨਿੱਤ ਦਿਹਾੜੇ ਕੋਈ ਨਾ ਕੋਈ ਕੰਟਰੋਵਰਸੀ ਜਿਹੜੀ ਹੈ ਉਹ ਕ੍ਰੀਏਟ ਕੀਤੀ ਜਾਂਦੀ ਹੈ। ਉਹ ਕੰਟਰੋਵਰਸੀ ਜਿਹੜੀ ਹੈ 2-4 ਦਿਨ ਚੱਲਦੀ ਹੈ, ਉਸ ਤੋਂ ਬਾਅਦ ਆਮ ਲੋਕਾਂ ਦੇ ਵਿੱਚ ਜਿਹੜਾ ਵਿਵਾਦ ਕ੍ਰੀਏਟ ਹੋ ਜਾਂਦਾ ਤੇ ਜਿਹੜੇ ਕੰਟਰੋਵਰਸੀ ਕ੍ਰੀਏਟ ਕਰਨ ਵਾਲੇ ਹੁੰਦੇ ਨੇ ਉਹ ਸਮਝੌਤਾ ਕਰਨ ਤੱਕ ਜਿਹੜੇ ਉਹ ਚਲੇ ਜਾਂਦੇ ਨੇ। ਪਰ ਜਿਹੜੀ ਚੀਜ਼ ਤੁਸੀਂ ਆਪਣੇ ਹੁਣੇ ਜਦੋਂ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੀਆਂ ਬੀੜਾਂ ਹੈਗੀਆਂ ਸਨ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਗਿਆ, ਇਹ ਸਿਰਫ ਵਿਖਾਉਣ ਵਾਸਤੇ ਕਿ ਸਾਡੇ ਜਿਹੜੀਆਂ ਬਿਲਡਿੰਗਾਂ ਹੈਗੀਆਂ ਨੇ, ਜਿਹੜੇ ਸਾਡੇ ਗੁਰੂ ਘਰ ਨੇ ਜਾਂ ਜਿਹੜੇ ਧਾਰਮਿਕ ਸਥਲ ਨੇ ਉਹਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਬਜ਼ਾ ਨਾ ਕਰ ਜਾਏ, ਤਾਂ ਬੜੇ ਹੀ ਮਾੜੇ ਤਰੀਕੇ ਦੇ ਨਾਲ ਜਿਹੜਾ ਇਸ ਤਰੀਕੇ ਨਾਲ ਬੀੜਾਂ ਦੇ ਨਾਲ ਜਿਹੜਾ ਉਹ ਉਹਨਾਂ ਨੂੰ ਬੁਰੇ ਤਰੀਕੇ ਦੇ ਨਾਲ ਰੱਖਿਆ ਗਿਆ। ਮੈਂ ਸ਼ਬਦ ਇੱਥੇ ਨਹੀਂ ਵਰਤਣਾ ਚਾਹੁੰਦਾ ਕਿਉਂਕਿ ਸਾਡੀ ਜਿਹੜੀ ਅੱਜ ਕੱਲ੍ਹ ਦੀ ਕਮਿਊਨਿਟੀ ਹੈ, ਜਿਹੜੇ ਅਸੀਂ ਲੋਕ ਹੈ, ਅਸੀਂ ਜ਼ਰੂਰ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਮੀਡੀਆ ਕਈ ਵਾਰ ਭੜਕਾਉਣ ਦੀ ਕੋਸ਼ਿਸ਼ ਕਰਦਾ, ਅਸੀਂ ਇੱਥੇ ਕੋਈ ਭੜਕਾਉਣਾ ਨਹੀਂ ਚਾਹੁੰਦੇ, ਪਰ ਅਸੀਂ ਕਿਤੇ ਨਾ ਕਿਤੇ ਜ਼ਿੰਮੇਵਾਰੀ ਜਿਹੜੀ ਉਹ ਤੈਅ ਕਰਨਾ ਚਾਹੁੰਦੇ ਹਾਂ। ਜੇ ਗੁਰੂ ਨਾਨਕ ਤੇ ਉਹ ਆਪਣੇ ਆਪ ਨੂੰ ਸਿੱਖ ਮੰਨਦੇ ਨੇ, ਜੇ ਗੁਰੂ ਨਾਨਕ ਤੇ ਉਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਸਾਡਾ ਗੁਰੂ ਨਾਨਕ ਗੁਰੂ ਹੈ, ਤਾਂ ਉਹ ਲੋਕ ਕਿਸ ਤਰੀਕੇ ਨਾਲ ਇਸ ਤਰੀਕੇ ਦੀਆਂ ਹਰਕਤਾਂ ਨੂੰ ਅੰਜਾਮ ਦੇ ਸਕਦੇ ਨੇ ਕਿ ਇੱਕ ਧਾਰਮਿਕ ਸਥਲ ਬਚਾਉਣ ਵਾਸਤੇ, ਇੱਕ ਇਮਾਰਤਾਂ ਨੂੰ ਬਚਾਉਣ ਕਰਕੇ ਜਾਂ ਆਪਣੀ ਪ੍ਰਧਾਨਗੀ ਜਾਂ ਚੌਧਰਦਾਰੀ ਨੂੰ ਬਚਾਉਣ ਕਰਕੇ ਉਹ ਗੁਰੂ ਦੀ ਲਿਖੀ ਹੋਈ ਬਾਣੀ ਨੂੰ ਜਿਹੜਾ ਇਸ ਤਰੀਕੇ ਨਾਲ ਖੂਹਾਂ ਦੇ ਵਿੱਚ ਸੁੱਟ ਦੇਣ। ਆਪਾਂ ਇਹਨਾਂ ਨੂੰ ਕਿਸ ਤਰੀਕੇ ਦਾ ਧਾਰਮਿਕ ਇਨਸਾਨ ਮੰਨੀਏ? ਇੱਥੇ ਥੋੜਾ ਜਿਹਾ ਮਤਭੇਦ ਹੈ ਤੁਹਾਡੇ ਵਿਚਾਰ ਨਾਲ ਮੇਰਾ। ਇੱਕ ਸਭ ਤੋਂ ਪਹਿਲੀ ਗੱਲ ਤੇ ਹੈਗੀ ਹੈ ਕਿ ਮਨੁੱਖ ਸਦਾ ਹੀ ਆਪਣੀ ਸੁੱਖ ਸਹੂਲਤ ਚਾਹੁੰਦਾ, ਬਾਕੀ ਗੱਲਾਂ ਸਾਰੀਆਂ ਬਾਅਦ ਵਿੱਚ ਹੁੰਦੀਆਂ ਨੇ। ਦੂਸਰੀ ਗੱਲ ਹੈ ਕਿ ਉਹਨਾਂ ਨੇ ਜੋ ਵੀ ਕੀਤਾ ਉਹਨਾਂ ਨੇ ਤਿਰਸਕਾਰ ਕਰਨ ਦੀ ਭਾਵਨਾ ਨਾਲ ਨਹੀਂ ਕੀਤਾ, ਤੇ ਉਹਨਾਂ ਨੇ ਤਿਰਸਕਾਰ ਕਰਕੇ ਕੋਈ ਪੱਤਰੇ ਪਾੜ ਕੇ ਉਹਨੂੰ ਪੈਰਾਂ ਥੱਲੇ ਨਹੀਂ ਲਿਆਂਦਾ। ਉਹਨਾਂ ਨੂੰ ਜੋ ਉਸ ਵੇਲੇ ਅਚਾਨਚੱਕ ਜੋ ਸੁਝਿਆ ਐਮਰਜੈਂਸੀ ਦੇ ਵਿੱਚ, ਉਹਨਾਂ ਨੇ ਆਪਣੇ ਸਥਾਨ ਬਚਾਉਣੇ ਸੀ ਔਰ ਇਹ ਉਹਨਾਂ ਨੇ ਕੋਈ ਇਸ ਭਾਵਨਾ ਨਾਲ ਨਹੀਂ ਕੀਤਾ
ਗੱਲ ਭਾਵਨਾ ਦੀ ਹੁੰਦੀ ਹੈ। ਕਰਮ ਦਾ ਅਰਥ ਅਸੀਂ ਭਾਵਨਾ ਦੇ ਅਨੁਸਾਰ ਕੱਢ ਸਕਦੇ ਹਾਂ। ਦੂਸਰੇ ਪਾਸੇ ਜੇ ਆਪਾਂ ਜੀ ਜਿਨ੍ਹਾਂ ਨੂੰ ਆਪਾਂ ਆਪਣੇ ਆਗੂ ਅੱਜ ਕੱਲ ਮੰਨਦੇ ਹਾਂ, ਜਾਂ ਜਿਹੜੇ ਸਾਡੇ ਆਗੂ ਅਖਵਾਏ ਜਾ ਰਹੇ ਨੇ, ਜੇ ਆਪਾਂ ਬੀੜਾਂ ਦੇ ਤਿਰਸਕਾਰ ਦੀ ਗੱਲ ਕਰੀਏ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਜਾਂ ਉਹਨਾਂ ਦੇ ਤਿਰਸਕਾਰ ਦੀ ਗੱਲ ਹੈ, ਤੇ ਇਹ ਜਦੋਂ ਆਪਣੀਆਂ ਰੈਲੀਆਂ ਕਰਨ ਵਾਸਤੇ, ਜਾਮ ਲਾਉਣ ਵਾਸਤੇ ਸੜਕਾਂ ਤੇ ਜਾ ਕੇ ਅਖੰਡ ਪਾਠ ਧਰ ਦਿੰਦੇ ਨੇ, ਉਹ ਕੀ ਹੁੰਦਾ ਜੀ? ਉਹ ਵੀ ਤਾਂ ਸਾਰੀ ਗਲਤ ਵਰਤੋਂ ਕਰਕੇ ਹੀ ਹੁੰਦਾ ਹੈ। ਸੋ ਇਹ ਆਪਣੇ ਆਪਣੇ ਉਹਨਾਂ ਨੇ ਕੋਈ ਉਸ ਭਾਵਨਾ ਨਾਲ ਨਹੀਂ ਕੀਤਾ, ਮੈਂ ਉਹਨੂੰ ਉਸ ਰੂਪ ਚ ਨਹੀਂ ਲੈਂਦਾ। ਤੁਹਾਡੇ ਵਿਚਾਰ ਆਪਣੇ ਨੇ, ਇੱਥੇ ਮੇਰੇ ਵਿਚਾਰ ਥੋੜੇ ਜਿਹੇ ਵੱਖਰੇ ਨੇ, ਪਰ ਉਹਨਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ, ਕਿਉਂਕਿ ਜੇ ਅਸੀਂ ਕਿਉਂ ਉਹਨਾਂ ਦੇ ਡੇਰਿਆਂ ਤੇ ਕਬਜ਼ਾ ਕਰਨ ਜਾਣਾ ਸੀ? ਤੁਸੀਂ ਉਹ ਗੱਲ ਛੱਡੋ। ਹੁਣ ਇੱਕ ਸਧਾਰਨ ਘਰ ਦੇ ਵਿੱਚ ਇੱਕ ਬਹੁਤ ਸਾਰੇ ਲੋਕ ਨੇ, ਆਪ ਜੀ ਨੂੰ ਪਤਾ ਹੀ ਹੈ, ਕਿ ਉਹ ਸ਼ਰਧਾ ਨਾਲ ਬੀੜ ਦਾ ਪ੍ਰਕਾਸ਼ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਤੋਂ ਸਵੇਰੇ ਵਾਕ ਲੈਂਦੇ ਨੇ। ਕਈਆਂ ਵਿਚਾਰਿਆਂ ਦੇ ਕੋਲ ਤੇ ਕੰਧ ਕਰਨ ਜੀ ਜੋ ਕਿ ਗੁੰਜਾਇਸ਼ ਹੀ ਨਹੀਂ ਹੁੰਦੀ, ਉਹਨਾਂ ਨੇ ਅੱਗੇ ਕੱਪੜਾ ਲਾ ਕੇ ਤੇ ਇੱਕ ਕਮਰਾ ਬਣਾਇਆ ਹੁੰਦਾ ਹੈ। ਤੇ ਉਹ ਜਿਹੜੇ ਸਾਡੇ ਅੱਜ ਕੱਲ ਦੇ ਸਤਕਾਰ ਕਮੇਟੀ ਬਣੀ ਹੈ, ਉਹਨਾਂ ਦੇ ਘਰੋਂ ਜਾ ਕੇ ਜਿਹੜਾ ਉਹ ਬੀੜਾਂ ਚੁੱਕ ਲਿਆਉਂਦੇ ਨੇ। ਉਹ ਕੀ ਹੈ ਜੀ? ਜਿਹਨੇ ਸ਼ਰਧਾ ਭਾਵਨਾ ਨਾਲ ਘਰ ਚ ਪ੍ਰਕਾਸ਼ ਕੀਤਾ ਹੈ, ਜੇ ਉਹਦੇ ਕੋਲ ਪੈਸੇ ਘੱਟ ਨੇ ਜਾਂ ਉਹਨੂੰ ਪੂਰੀ ਜਾਂਚ ਨਹੀਂ ਹੈਗੀ, ਤਾਂ ਉਹ ਤਿਰਸਕਾਰ ਤਾਂ ਨਹੀਂ ਕਰ ਰਿਹਾ। ਇਸ ਕਰਕੇ ਸਾਨੂੰ ਕਰਮ ਦੇਖਣ ਦੀ ਬਜਾਏ ਭਾਵਨਾ ਦੇਖਣ ਦੀ ਜ਼ਿਆਦਾ ਲੋੜ ਹੈ। ਮੇਰਾ ਵਿਚਾਰ ਇਸ ਸੰਬੰਧੀ ਇਸ ਤਰ੍ਹਾਂ ਦਾ ਜੀ। ਜੀ ਜਦੋਂ ਤੁਸੀਂ 2014 ਦਾ ਜ਼ਿਕਰ ਕੀਤਾ, ਉਸ ਸਮੇਂ ਦੇ ਵਿੱਚ ਤੁਹਾਡੀ ਮੁਲਾਕਾਤ ਜਿਹੜੀ ਹੁੰਦੀ ਹੈ ਬਾਪੂ ਸੂਰਤ ਸਿੰਘ ਖਾਲਸਾ ਹੋਣਾ ਦੇ, ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਸੀ, ਬਹੁਤ ਸਾਰੀਆਂ ਮੰਗਾਂ ਲੈ ਕੇ ਉਹ ਆਏ ਸਨ, ਭੁੱਖ ਹੜਤਾਲ ਕੀਤੀ ਸਨ, ਉਹਨਾਂ ਦੀ ਜਿਹੜੀ ਇੱਕ ਟੀਮ ਸੀ, ਤੁਹਾਡੇ ਨਾਲ ਉਹਨਾਂ ਦੀ ਮੁਲਾਕਾਤ ਵੀ ਹੋਈਆਂ, ਤੁਹਾਡੀਆਂ ਉਸ ਵੇਲੇ ਬਹੁਤ ਸਾਰੀਆਂ ਤਸਵੀਰਾਂ ਵੀ ਵਾਇਰਲ ਹੋਈਆਂ। ਤੁਸੀਂ ਉਸ ਵੇਲੇ ਵੀ ਆਪਸ ਦੇ ਵਿੱਚ ਇੱਕ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ, ਸੰਗਤਾਂ ਦੇ ਨਾਲ ਗੱਲਬਾਤ ਕੀਤੀ, ਤੁਸੀਂ ਉੱਥੇ ਜਿਹੜੀ ਹੈ ਸਦਭਾਵਨਾ ਦੀ ਗੱਲ ਕੀਤੀ ਕਿ ਆਓ ਹੁਣ ਇਕੱਠੇ ਹੋਣ ਦੀ ਲੋੜ ਹੈ। ਮੈਂ ਜ਼ਰੂਰ ਇੱਥੇ ਪੁੱਛਣਾ ਚਾਹਾਂਗਾ ਕਿ ਅੱਜ ਉਸ ਘਟਨਾ ਨੂੰ ਤਕਰੀਬਨ 5 ਤੋਂ 6 ਸਾਲ ਜਿਹੜੇ ਨੇ ਹੋ ਚੁੱਕੇ ਹੋਏ ਨੇ, ਕਿ ਉਸ ਤੋਂ ਬਾਅਦ ਕਦੀ ਤੁਹਾਨੂੰ ਕੋਈ ਆ ਕੇ ਮਿਲਿਆ, ਉਹਨਾਂ ਨੇ ਕਿਸੇ ਨੇ ਕੋਈ ਗੱਲਬਾਤ ਕੀਤੀ ਕਿ ਆਓ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਜਿਹੜੀ ਤੁਸੀਂ ਇੱਕ ਕਾਰਵਾਈ ਸ਼ੁਰੂ ਕੀਤੀ ਸੀ, ਜਿਹੜਾ ਇੱਕ ਵਾਰੀ ਤੁਸੀਂ ਹੱਥ ਵਧਾਇਆ ਸੀ, ਆਪਾਂ ਉਸ ਨੂੰ ਅੱਗੇ ਲੈ ਕੇ ਚੱਲੀਏ, ਆਪਾਂ ਕੋਈ ਹੋਰ ਗੱਲਬਾਤ ਕਰੀਏ, ਜਾਂ ਆਪਾਂ ਇੱਕ ਵਾਰੀ ਦੁਬਾਰਾ ਸਦਭਾਵਨਾ ਦੀ ਗੱਲ ਕਰੀਏ? ਨਹੀਂ ਜੀ, ਉਸ ਰੂਪ ਦੇ ਵਿੱਚ ਸਾਡੇ ਨਾਲ ਕੋਈ ਆ ਕੇ ਨਹੀਂ ਮਿਲਿਆ। ਉੱਥੇ ਮੁੱਖ ਰੂਪ ਚ ਸਾਨੂੰ ਭਾਈ ਅਮਰੀਕ ਸਿੰਘ ਜੀ ਮਿਲੇ ਸੀ, ਦਮਦਮੀ ਟਕਸਾਲ ਵਾਲੇ। ਉਹ ਕਿਤੇ ਕਿਤੇ ਮਿਲ ਪੈਂਦੇ ਨੇ ਜਾਂ ਅਸੀਂ ਉਹਨਾਂ ਕੋਲ ਚਲੇ ਜਾਂਦੇ ਹਾਂ, ਪਰ ਇਸ ਰੂਪ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਈ ਆਓ ਆਪਾਂ ਅੱਗੇ ਵਧੀਏ, ਨੇੜ ਕਰੀਏ, ਇਸ ਰੂਪ ਵਿੱਚ ਖਾਸ ਕਰਕੇ ਸਾਨੂੰ ਕੋਈ ਨਹੀਂ ਮਿਲਿਆ ਜੀ। ਠੀਕ ਹੈ ਜੀ। ਤੇ ਮਾਤਾ ਚੰਦ ਕੌਰ ਜੀ ਦਾ ਜਿਹੜਾ ਕਤਲ ਹੋਇਆ ਸੀ, ਉਸ ਤੋਂ ਬਾਅਦ ਤੁਹਾਡੇ ਨਾਮਦਾਰੀ ਜਿਹੜੀ ਟਰਸਟ ਹੈਗੀ ਹੈ, ਉਹਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਵਿਵਾਦ ਉੱਠਿਆ। ਗੱਦੀ ਨੂੰ ਲੈ ਕੇ ਵਿਵਾਦ ਜਿਹੜਾ ਇਹ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਚੱਲਦਾ ਆਇਆ। ਸਾਨੂੰ ਸਮੇਂ ਸਮੇਂ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਸਮਝਾਈਆਂ ਗਈਆਂ ਕਿ ਇਹਨਾਂ ਚੀਜ਼ਾਂ ਨੂੰ ਸਾਨੂੰ ਟਾਲਣਾ ਚਾਹੀਦਾ, ਬਟ ਫਿਰ ਵੀ ਜਿਹੜਾ ਉਹ ਗੱਦੀ ਤੇ ਜਿਹੜਾ ਇੱਕ ਲਾਲਚ ਹੈ, ਜਿਸ ਤਰੀਕੇ ਨਾਲ ਵੀ ਆਪਾਂ ਕਹਿ ਸਕਦੇ ਹਾਂ, ਵੱਖ-ਵੱਖ ਤਰੀਕੇ ਨਾਲ ਲੋਕ ਇਸ ਦਾ ਜਿਹੜਾ ਅਨੁਵਾਦ ਕਰਦੇ ਨੇ। ਪਰ ਇਸ ਚੀਜ਼ ਨੂੰ ਆਪਾਂ ਕਿਤਨਾ ਖਤਮ ਕਰੀਏ, ਕਿਉਂਕਿ ਜਿਹੜੀਆਂ ਵੀ ਸੈਕਟ ਹੈਗੇ ਨੇ, ਜਿਹੜੀਆਂ ਵੀ ਇਹ ਡੇਰੇ ਨੇ, ਅਕਸਰ ਦੇ ਇਹਨਾਂ ਦੀ ਇੱਕ ਕੋਸ਼ਿਸ਼ ਹੈਗੀ ਹੈ ਕਿ ਆਪਾਂ ਸੰਗਤਾਂ ਨੂੰ ਗੁਰੂ ਘਰ ਦੇ ਨਾਲ ਜੋੜੀਏ, ਗੁਰੂ ਦੀ ਬਾਣੀ ਦੇ ਨਾਲ ਜੋੜੀਏ। ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਕੰਮ ਕਰਦਾ ਹੈ। ਹੋ ਸਕਦਾ ਕਿ ਇਹ ਕੰਮ ਕਰਨ ਦੇ ਤਰੀਕਿਆਂ ਦੇ ਵਿੱਚ ਵੀ ਵੱਡੇ ਮਤਭੇਦ ਹੋਣ, ਬਟ ਮੈਂ ਜ਼ਰੂਰ ਇੱਥੇ ਤੁਹਾਨੂੰ ਪੁੱਛਣਾ ਪੈਂਦਾ ਹੈ ਕਿ 21ਵੀਂ ਸਦੀ ਦੇ ਵਿੱਚ ਵੀ ਕਿਉਂ ਸਾਡੇ ਦੇ ਵਿੱਚ ਇਸ ਤਰੀਕੇ ਦੇ ਮਤਭੇਦ ਹੈਗੇ ਨੇ? ਗੱਦੀਆਂ ਨੂੰ ਲੈ ਕੇ ਕਿਉਂ ਵਿਵਾਦ ਹੈਗਾ? ਆਪਾਂ ਨੂੰ ਕਿਸ ਤਰੀਕੇ ਨਾਲ ਖਤਮ ਕਰਨਾ ਚਾਹੀਦਾ ਹੈ? ਕਿਉਂਕਿ ਜੇ ਸਾਡਾ ਗੋਲ ਇਹ ਹੈਗਾ ਕਿ ਅਸੀਂ ਮਾਨਵਤਾ ਦੀ ਸੇਵਾ ਕਰਨੀ ਹੈ, ਅਸੀਂ ਮਨੁੱਖਤਾ ਦੇ ਵਿੱਚ ਗੁਰਬਾਣੀ ਪ੍ਰਚਾਰ ਕਰਨਾ ਹੈ, ਅਸੀਂ ਉਹਨਾਂ ਦੇ ਵਿੱਚ ਪ੍ਰੇਮ ਪਿਆਰ ਲੈ ਕੇ ਆਉਣਾ ਹੈ, ਤਾਂ ਜਿਹੜੇ ਇਸ ਤਰੀਕੇ ਦੇ ਸੈਕਟ ਹੈਗੇ ਨੇ, ਉਹਨਾਂ ਦੇ ਵਿੱਚ ਆਪਸੀ ਜਿਹੜੇ ਲੀਡਰ ਨੇ, ਉਹਨਾਂ ਦੇ ਵਿੱਚ ਆਪਸੀ ਪਿਆਰ ਕਿਉਂ ਨਹੀਂ ਹੈਗਾ? ਬਿਆਲਾ ਸਾਹਿਬ, ਆਪ ਜੀ ਦਾ ਪ੍ਰਸ਼ਨ ਗੁੰਝਲਦਾਰ ਵੀ ਹੈ, ਮਹੱਤਵਪੂਰਨ ਵੀ ਹੈ। ਸਭ ਤੋਂ ਪਹਿਲੀ ਗੱਲ ਤੇ 21ਵੀਂ ਸਦੀ ਦੀ ਆਪ ਜੀ ਗੱਲ ਕਰ ਰਹੇ ਹੋ, ਇਹ ਈਸਾਈਆਂ ਵਾਲੀ 21ਵੀਂ ਸਦੀ ਜਿਹੜੀ ਹੈ, ਇਸ 21ਵੀਂ ਸਦੀ ਦੇ ਵਿੱਚ ਜੇ ਆਪ ਜੀ ਧਿਆਨ ਨਾਲ ਦੇਖੋ ਤੇ ਮਨੁੱਖ ਦਾ ਲਾਲਚ ਪਦਵੀ ਅਤੇ ਪੈਸੇ ਪ੍ਰਤੀ ਅੱਗੇ ਨਾਲੋਂ ਬਹੁਤ ਜ਼ਿਆਦਾ ਵੱਧ ਗਿਆ। ਅਸੀਂ ਕਹਿੰਦੇ ਹਾਂ ਕਿ ਅਸੀਂ ਸੱਭੇ ਹੋ ਗਏ, ਪਰ ਸਾਨੂੰ ਕੁਝ ਭੁਲੇਖਾ ਲੱਗ ਗਿਆ ਕਿ ਕੁਝ ਚੀਜ਼ਾਂ 'ਚ ਭਾਵੇਂ ਅਸੀਂ ਸੱਭੇ ਹੋ ਗਏ ਹਾਂ, ਪਰ ਬਹੁਤ ਸਾਰੀਆਂ ਚੀਜ਼ਾਂ 'ਚ ਅਸੀਂ ਅਸੱਭੇ ਵੀ ਹੋ ਗਏ ਹਾਂ। ਅੱਗੇ ਸੰਪਰਦਾਵਾਂ ਦੇ ਆਗੂ ਜਾਂ ਡੇਰਿਆਂ ਦੇ ਜਾਂ ਧਰਮਸ਼ਾਲਾਵਾਂ ਦੇ ਜਿਹੜੇ ਵੀ ਸਨ, ਉਹਦੇ 'ਚ ਬਹੁਤੇ ਲੋਕ ਬਹੁਤ ਹੱਦ ਤੱਕ ਨਿਰਲਾਲਚ ਹੁੰਦੇ ਸੀ। ਅੱਜ ਸਾਨੂੰ ਸਾਰਿਆਂ ਨੂੰ ਹੀ ਲਾਲਚ ਹੋ ਗਿਆ। ਸੋ ਇੱਕ
ਇੱਕ ਤਾਂ ਇਹ ਚੀਜ਼ ਹੈ, ਦੂਸਰਾ ਇਹ ਵਿਵਾਦਾਂ ਨੂੰ ਘਟਾਇਆ ਜਾ ਸਕਦਾ, ਸਮਾਪਤ ਨਹੀਂ ਕੀਤਾ ਜਾ ਸਕਦਾ। ਤੇ ਤੀਸਰੀ ਗੱਲ ਹੈਗੀ ਕਿ ਜਿਹੜਾ ਤੁਸੀਂ ਕਿਹਾ ਕਿ ਸਾਡਾ ਨਿਸ਼ਾਨਾ ਜਿਹੜਾ ਹੈ ਉਹ ਸਿੱਖੀ ਪ੍ਰਚਾਰ ਹੈ ਜਾਂ ਲੋਕ ਭਲਾਈ ਹੈ, ਜੇ ਇਹ ਸੋਚ ਆ ਜਾਵੇ ਤੇ ਫਿਰ ਤੇ ਗੱਲ ਹੀ ਬਦਲ ਜਾਂਦੀ ਹੈ। ਜੇ ਇਹ ਸੋਚ ਆ ਜਾਵੇ, ਆਪ ਜੀ ਦੇ ਸ਼ਾਇਦ ਜਾਣਕਾਰੀ ਵਿੱਚ ਹੋਵੇ ਜਾਂ ਨਾ, ਆਪ ਜੀ ਦੇ ਦਰਸ਼ਕਾਂ ਦੀ ਜਾਣਕਾਰੀ ਹੋਵੇ, ਤਾਂ ਮੈਂ ਦੱਸ ਦਿੰਦਾ ਕਿ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਮਨ ਦੇ ਵਿੱਚ ਇਹ ਸੋਚ ਕਾਫੀ ਹੱਦ ਤੱਕ ਹੈਗੀ ਹੈ। ਤੇ ਕਰੀਬ ਪਿਛਲੇ 20-25 ਸਾਲਾਂ ਤੋਂ ਮੈਂ ਬਹੁਤ ਕੁਝ ਤਿਆਗਿਆ, ਤੇ ਸਿਰਫ ਇਸ ਕਰਕੇ ਤਿਆਗਿਆ ਕਿ ਸਾਡੇ ਹੀ ਨਾਮਧਾਰੀਆਂ ਦਾ ਆਪਸ ਵਿੱਚ ਲੜ ਕੇ ਖੂਨ ਨਾ ਡੁੱਲ ਜਾਵੇ। ਮੇਰੀ ਪਦਵੀ, ਮੇਰੀ ਜਾਇਦਾਦ ਵਾਸਤੇ ਮਸਤਾਨਗੜ੍ਹ ਦੇ ਵਿੱਚ ਮੇਰੇ ਕੋਲ ਕਈ 100 ਏਕੜ ਜ਼ਮੀਨ ਸੀ, ਉੱਥੇ ਤਗੜਾ ਝਗੜਾ ਹੋ ਸਕਦਾ ਸੀ, ਪਰ ਮੈਨੂੰ ਇਹ ਸੀ ਕਿਉਂਕਿ ਮੈਨੂੰ ਪਤਾ ਸੀ ਕੁਝ ਲੋਕ ਮੇਰੇ ਨਾਲ ਨੇ, ਕੁਝ ਦੂਸਰੇ ਪਾਸੇ ਨੇ, ਤੇ ਉਹ ਭਰਾਵਾਂ ਦਾ ਹੀ ਖੂਨ ਡੁੱਲਣਾ ਹੈ ਨਾ, ਮੈਂ ਉੱਥੋਂ ਇਸ ਕਰਕੇ ਪਿੱਛੇ ਹਟ ਗਿਆ। ਹਾਲਾਂਕਿ ਸੰਗਤ ਮੇਰੇ ਤੇ ਔਖੀ ਵੀ ਹੋਈ, ਪਰ ਮੈਂ ਕਿਹਾ ਵੀ ਮੈਂ ਆਪਣੇ ਖਾਤਰ ਨਾਮਧਾਰੀਆਂ ਦਾ ਖੂਨ ਨਹੀਂ ਮੈਂ ਡੁੱਲਣ ਦੇਣਾ। ਸੋ ਇਸੇ ਤਰ੍ਹਾਂ ਦੇ ਹੋਰ ਬਹੁਤ ਸਾਰੇ ਤਿਆਗ ਇਸ ਕਰਕੇ ਕੀਤੇ ਨੇ। ਔਰ ਜਦੋਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਛੱਡ ਗਏ, ਉਸ ਤੋਂ ਉਪਰੰਤ ਉਹਨਾਂ ਵੱਲੋਂ ਵੀ ਮੈਨੂੰ ਹੁਕਮ ਆਇਆ ਸੀ, ਤੇ 95% ਸੰਗਤ ਜਿਹੜੀ ਸੀ ਉਹ ਮੇਰੇ ਕੋਲ ਜੀਵਨ ਨਗਰ ਆਈ ਸੀ ਕਿ ਤੁਸੀਂ ਗੱਦੀ ਤੇ ਬੈਠ ਜਾਓ, ਤੇ ਮੈਂ ਇਸ ਕਰਕੇ ਨਾ ਕਰ ਦਿੱਤੀ ਸੀ। ਇਹ ਤੁਹਾਡੇ ਚੜ੍ਹਦੀ ਕਲਾ ਟਾਈਮ ਟੀਵੀ ਤੇ ਹੀ ਸ਼ਾਇਦ ਵਿਖਾਇਆ ਗਿਆ ਸੀ, ਲਾਈਵ ਚੱਲਿਆ ਸੀ, ਕਿ ਨਹੀਂ ਅਸੀਂ ਮਾਤਾ ਚੰਦ ਕੌਰ ਜੀ ਨੂੰ ਗੁਰੂ ਮੰਨ ਲਈਏ, ਉੱਥੇ ਮੱਥਾ ਟੇਕੀਏ, ਜਿੱਥੇ ਮੱਥਾ ਉੱਥੇ ਟੇਕੀਏ, ਉੱਥੇ ਗੁਰੂ ਉਹਨੂੰ ਮੰਨੀਏ ਜਿੱਥੇ ਸਾਰੇ ਇਕੱਠੇ ਹੋ ਸਕਦੇ ਨੇ। ਜਿੱਥੇ ਇਕੱਠੇ ਹੀ ਨਹੀਂ ਹੁੰਦੇ ਜੀ ਉੱਥੇ ਉਹਨੂੰ ਗੁਰੂ ਮੰਨ ਕੇ ਤੇ ਆਪਾਂ ਪੰਥ ਵਿੱਚ ਪਾਟਕ ਨਾ ਪਾਈਏ। ਇਸੇ ਕਰਕੇ ਮੈਂ ਅੱਜ ਵੀ ਗੱਦੀ ਨਹੀਂ ਲਾਉਂਦਾ, ਸਤਿਗੁਰੂ ਜਗਜੀਤ ਸਿੰਘ ਜੀ ਦੀ, ਮਾਤਾ ਜੀ ਦੀ ਤਸਵੀਰ ਰੱਖ ਕੇ ਚੱਲਦਾ। ਔਰ ਆਪਣੇ ਭਾਈ ਸਾਹਿਬ ਨੂੰ ਮੈਂ ਕਹਿਣਾ ਕਿ ਵੀ ਤੁਸੀਂ ਆਓ, ਅਸੀਂ ਤੁਹਾਨੂੰ ਪੂਰਨ ਸਤਿਕਾਰ ਦੇਵਾਂਗੇ, ਤੇ ਤੁਸੀਂ ਮੇਰੇ ਕੋਲ ਬੈਠੋ। ਜਿਹੜੀ ਮੇਰੇ ਕੋਲ ਸੰਗਤ ਹੈ ਇਹ ਵੀ ਤੁਹਾਨੂੰ ਮੱਥਾ ਟੇਕੇਗੀ। ਹੁਣ ਮੇਰੇ ਭਾਜੀ ਨਹੀਂ ਮੰਨਦੇ, ਮੇਰੇ ਤੋਂ 5 ਸਾਲ ਛੋਟੇ ਨੇ, ਉਹ ਨਹੀਂ ਮੰਨਦੇ, ਹੁਣ ਮੈਂ ਧੱਕੇ ਨਾਲ ਤੇ ਮਨਾ ਨਹੀਂ ਸਕਦਾ। ਔਰ ਜਿਹੜੀ ਤੁਸੀਂ ਗੱਲ ਕੀਤੀ ਮਾਤਾ ਚੰਦ ਕੌਰ ਜੀ ਦੀ, ਮਾਤਾ ਚੰਦ ਕੌਰ ਜੀ ਤੋਂ ਪਹਿਲੋਂ ਹੀ, ਉਹਨਾਂ ਦੇ ਕਤਲ ਤੋਂ ਪਹਿਲੋਂ ਵਿਵਾਦ ਖੜਾ ਹੋ ਚੁੱਕਿਆ ਸੀ। ਸਤਿਗੁਰੂ ਜਗਜੀਤ ਸਿੰਘ ਜੀ ਤੋਂ ਬਾਅਦ ਕਾਫੀ ਵੱਡਾ ਰੂਪ ਲੈ ਗਿਆ। ਤੇ ਮਾਤਾ ਚੰਦ ਕੌਰ ਜੀ ਦੇ ਕਤਲ ਦੀ ਗੱਲ ਜਿਹੜੀ ਹੈ ਉਹ ਵੀ ਇੱਕ ਥੋੜੀ ਜਿਹੀ ਵਿਚਾਰਨ ਵਾਲੀ ਹੈ ਕਿ ਮਾਤਾ ਚੰਦ ਕੌਰ ਜੀ ਦਾ ਕਤਲ ਕਿਉਂ ਹੋ ਗਿਆ। ਜੀ ਮਾਤਾ ਚੰਦ ਕੌਰ ਜੀ ਦਾ ਕਤਲ ਹੋਇਆ ਉਸ ਗੁਰਦੁਆਰੇ ਦੇ ਅੰਦਰ ਜਿਹਦੀ ਕੰਧ ਕਿਲੇ ਵਰਗੀ ਹੈ, ਤੇ 50 ਬੰਦੇ ਪ੍ਰਾਈਵੇਟ ਸਰਕਾਰੀ ਉੱਥੇ ਹਰ ਵੇਲੇ ਸਿਕਿਉਰਿਟੀ ਰਹਿੰਦੀ ਹੈ, CCTV ਲੱਗੇ ਨੇ। ਜਿਸ ਦਿਨ ਮਾਤਾ ਜੀ ਦਾ ਕਤਲ ਹੁੰਦਾ, ਉਸ ਦਿਨ ਜਿਹੜਾ ਮਾਤਾ ਜੀ ਦਾ ਆਮ ਪਹਿਲੋਂ ਡਰਾਈਵਰ ਹੁੰਦਾ ਸੀ ਲਾਡੀ, ਉਹ ਡਰਾਈਵਰ ਨਹੀਂ ਹੈਗਾ। ਠਾਕੁਰ ਉਦੈ ਸਿੰਘ ਜੀ ਦਾ ਖਾਸ ਸੇਵਕ ਹੈ, ਉਹ ਗੱਡੀ ਚਲਾਉਂਦਾ। ਉਹ ਉਸ ਰਸਤੇ ਲੈ ਕੇ ਜਾਂਦਾ ਹੈ ਜਿੱਥੇ ਕਦੀ ਨਹੀਂ ਮਾਤਾ ਜੀ ਨੂੰ ਲੈ ਕੇ ਗਏ, ਤੇ ਜਿੱਥੇ CCTV ਕੈਮਰੇ ਨਹੀਂ ਹੈਗੇ, ਉਸ ਰਸਤੇ ਲੈ ਕੇ ਜਾਂਦਾ। ਉੱਥੇ ਜਾ ਕੇ ਮਾਤਾ ਜੀ ਨੂੰ ਗੋਲੀ ਵੱਜ ਜਾਂਦੀ। ਇਹਦਾ ਕੀ ਅਰਥ ਹੈ ਜੀ? ਔਰ ਇੱਕ ਚੀਜ਼ ਹੋਰ ਆਪ ਜੀ ਨੂੰ ਸਪਸ਼ਟ ਕਰ ਦਿਆਂ ਕਿ ਮਾਤਾ ਚੰਦ ਕੌਰ ਜੀ ਜਿਹੜੇ ਸਨ, ਇਹਨਾਂ ਨੇ ਮੈਨੂੰ ਆਪਣਾ ਬੱਚਾ ਬਣਾਇਆ ਸੀ, ਕਿਉਂਕਿ ਇਹਨਾਂ ਦੇ ਕੋਲ ਪਹਿਲੋਂ ਬੱਚਾ ਨਹੀਂ ਸੀ ਹੈਗਾ। ਸਾਡੇ ਭੈਣ ਜੀ ਦਾ ਜਨਮ ਤਾਂ ਮੇਰੇ ਤੋਂ 10 ਸਾਲ ਬਾਅਦ ਦਾ, ਤੇ ਉਦੋਂ ਕੋਈ ਬੱਚਾ ਨਹੀਂ ਜੀ ਸੀ ਹੈਗਾ। ਉਹਨਾਂ ਨੇ ਮੈਨੂੰ ਆਪਣਾ ਬੇਟਾ ਬਣਾਇਆ ਹੋਇਆ ਸੀ, ਤੇ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਸੀ। ਮੈਂ ਅੱਜ ਵੀ, ਮੇਰਾ ਆਪਣੀ ਸਕੀ ਮਾਂ ਨਾਲੋਂ ਉਹਨਾਂ ਨਾਲ ਜ਼ਿਆਦਾ ਪਿਆਰ ਸੀ। ਤੇ ਉਹ ਮੈਂ, ਔਰ ਅੱਜ ਮੈਂ ਮਾਤਾ ਚੰਦ ਕੌਰ ਜੀ ਨੂੰ ਗੁਰੂ ਮੰਨਦਾ, ਅਰਦਾਸ ਚ ਉਹਨਾਂ ਦਾ ਨਾਮ ਲੈਣਾ। ਅੱਛਾ, ਇਹ ਤੇ ਇੱਕ ਪੱਖ ਹੈ। ਹੁਣ ਜਦ, ਔਰ ਸਾਡੀ ਸੱਕੀ ਮਾਂ, ਮੇਰੀ ਤੇ ਮੇਰੇ ਛੋਟੇ ਭਾਜੀ ਠਾਕੁਰ ਉਦੈ ਸਿੰਘ ਜੀ ਦੀ ਸੱਕੀ ਮਾਂ ਹੈਗੀ ਹੈ ਬੇਬੇ ਦਲੀਪ ਕੌਰ ਜੀ। ਮਾਤਾ ਚੰਦ ਕੌਰ ਜੀ ਜੀ ਸਾਡੀ ਤਾਈ ਮਾਂ ਹੈ। ਸੋ ਜੀ ਇਹ ਹੁਣ ਉੱਥੇ ਉਸ ਗੁਰਦੁਆਰੇ ਦੇ ਵਿੱਚ ਜਿੱਥੇ ਇਹ ਕਤਲ ਮਾਤਾ ਜੀ ਦਾ ਹੋ ਜਾਂਦਾ ਜੀ, ਉੱਥੇ ਠਾਕੁਰ ਉਦੈ ਸਿੰਘ ਜੀ, ਮੇਰੇ ਛੋਟੇ ਭਾਜੀ ਦੀ ਮੈਂ ਗੱਲ ਕਰਦਾ, ਉਹਨਾਂ ਦੀ ਸੱਕੀ ਮਾਂ ਉੱਥੇ ਨਹੀਂ ਵੜ ਸਕਦੀ। 2009 ਤੋਂ ਲੈ ਕੇ ਉਹਨਾਂ ਨੂੰ ਆਪਣੀ ਸੱਕੀ ਮਾਤਾ ਨੂੰ ਕੱਢਿਆ ਪੁਲਿਸ ਲਾ ਕੇ, ਔਰ ਸਤਿਗੁਰੂ ਜਗਜੀਤ ਸਿੰਘ ਜੀ ਦੇ ਦਰਸ਼ਨ ਤੱਕ ਨਹੀਂ ਕਰਨ ਦਿੱਤੇ। ਉਹ ਤੇ ਉੱਥੇ ਵੜ ਨਹੀਂ ਸਕਦੀ, ਤੇ ਕਾਤਲ ਉੱਥੇ ਕਿਵੇਂ ਵੜ ਗਏ ਜੀ? ਸੋ ਇਹ ਗੱਲਾਂ ਬੜੀਆਂ ਗੁੰਝਲਦਾਰ ਹੈਗੀਆਂ ਨੇ, ਇਹ ਤੇ ਵਿਚਾਰਨ ਦੀ ਲੋੜ ਹੈ। ਔਰ ਸੋ ਜਿਹੜੀ ਸਾਡੀ
ਜਿਹੜੀ ਤੁਸੀਂ ਗੱਲ ਕੀਤੀ ਸੀ ਉਹਦੇ ਵਿੱਚ ਤੇ ਗੱਲ ਇਹ ਹੈਗੀ ਹੈ ਕਿ ਮੇਰੇ ਵੱਲੋਂ ਹਰੇਕ ਤਰ੍ਹਾਂ ਦਾ ਤਿਆਗ ਹੈ। ਇੱਥੋਂ ਤੱਕ ਕਹਿ ਦਿੱਤਾ ਹੋਇਆ ਹੈ ਆਪਣੇ ਛੋਟੇ ਭਾਜੀ ਨੂੰ ਕਿ ਤੁਹਾਨੂੰ ਗੁਰੂ ਮੰਨਣ ਨੂੰ ਤਿਆਰ ਹਾਂ। ਦੋ ਹੀ ਸ਼ਰਤਾਂ ਨੇ ਕਿ ਪੰਥ ਇਕੱਠਾ ਕਰੋ ਤੇ ਪੰਥ ਦੋਖੀਆਂ ਨੂੰ ਕੱਢੋ। ਜਿਹੜੇ ਪੰਥ ਪਾੜਨ ਜੀ ਵਾਲੇ ਨੇ ਉਹਨਾਂ ਨੂੰ ਕੱਢ ਦਿਓ ਔਰ ਪੰਥ ਇਕੱਠਾ ਕਰੋ ਤੇ ਤੁਹਾਨੂੰ ਮੱਥਾ ਟੇਕਣ ਨੂੰ ਮੈਂ ਤਿਆਰ ਹਾਂ। ਮੈਂ ਟੇਕਾਂਗਾ ਤਾਂ ਸਾਰੀ ਸੰਗਤ ਮਗਰ ਟੇਕ ਦੇਵੇਗੀ ਨਾ। ਜੇ ਉਹ ਨਹੀਂ ਮੰਨਣ ਨੂੰ ਤਿਆਰ, ਜੀ ਔਰ ਮੈਂ ਆਪਣੇ ਕੋਲ ਕੋਈ ਇੱਕ ਮਰਲਾ ਜਾਇਦਾਦ ਗੁਰੂ ਘਰ ਦੀ ਨਹੀਂ ਰੱਖੀ। ਜੋ ਮੈਂ ਰੱਖ ਸਕਦਾ ਸੀ ਉਹ ਵੀ ਛੱਡ ਦਿੱਤੀ। ਮੇਰੇ ਬੀਜੀ ਮੈਨੂੰ ਕਹਿੰਦੇ ਸੀ ਕਾਕਾ ਤੂੰ ਆਪਣੇ ਨਾਂ ਲਵਾ ਲੈ। ਮੈਂ ਕਿਹਾ ਨਹੀਂ, ਤੁਸੀਂ ਛੋਟੇ ਭਾਜੀ ਦੇ ਨਾਂ ਲਵਾਓ, ਮੈਂ ਦਸਤਖਤ ਕਰਦਾ। ਮਾਤਾ ਚੰਦ ਕੌਰ ਜੀ ਮੈਨੂੰ ਕਹਿੰਦੇ ਸੀ ਕਾਕਾ ਤੂੰ ਇੰਨੀ ਜਾਇਦਾਦ ਲੈ ਲੈ। ਮੈਂ ਬੇਨਤੀ ਕੀਤੀ ਨਹੀਂ ਜੀ, ਜਾਇਦਾਦ ਨਹੀਂ ਚਾਹੀਦੀ। ਫਿਰ ਇੱਥੋਂ ਤੱਕ ਸੀ ਕਿ 2016 ਦੇ ਵਿੱਚ ਸ਼ਾਇਦ ਜਾਂ ਸਰਗੁਰੂ ਜਗਜੀਤ ਸਿੰਘ ਜੀ ਤੋਂ ਥੋੜਾ ਜਿਹਾ ਬਾਅਦ ਹੀ, ਸਾਲ ਕਿਹੜਾ ਸੀ ਮੈਨੂੰ ਧਿਆਨ ਨਹੀਂ, ਇੱਕਦਮ 13 ਚ ਮਾਤਾ ਜੀ ਦਾ ਮੈਨੂੰ ਸੁਨੇਹਾ ਆਇਆ ਸੀ ਕਿ ਜੀਵਨ ਨਗਰ ਇਲਾਕੇ ਦੀ 1200 ਏਕੜ ਜ਼ਮੀਨ ਜਿਹੜੀ ਹੈ ਉਹ ਸਾਰੀ ਤੂੰ ਲੈ ਲੈ ਤੇ ਤੁਸੀਂ ਆਪਣੇ ਥਾਂ ਉੱਥੇ ਬੈਠੇ ਰਹੋ ਤੇ ਇਹ ਜ਼ਮੀਨ ਇੰਨੀ ਤੂੰ ਲੈ ਲੈ ਤੇ ਤੁਸੀਂ ਆਪਣਾ ਵੱਖਰਾ ਹੋ ਜਾਓ। ਕੁਝ ਮਤਲਬ ਵੱਖਰਾ ਹੋ ਜਾਓ ਨਹੀਂ, ਕੁਝ ਹੋਰ ਸੀ ਸ਼ਬਦ, ਭਾਵ ਇਹ ਸੀ ਕਿ ਤੁਸੀਂ ਇਹ ਜ਼ਮੀਨ ਲੈ ਲਓ ਤੇ ਬੈਠ ਜਾਓ। ਤੇ ਮੈਂ ਜਿਹੜੇ ਸਰੀਰ ਆਏ ਸੀ ਉਹਨਾਂ ਨੂੰ ਮੈਂ ਬੇਨਤੀ ਕੀਤੀ ਸੀ ਜੀ ਕਿ ਜਾਇਦਾਦ, ਪਹਿਲੀ ਗੱਲ ਹੈ ਕਿ ਮੈਂ ਤੇ ਗੁਰੂ ਘਰ ਦੀ ਜਾਇਦਾਦ ਦੇ ਵਿੱਚ ਵੰਡੀਆਂ ਪਾਉਣੀਆਂ ਹੀ ਨਹੀਂ ਗੀਆਂ, ਮੇਰਾ ਤੇ ਪ੍ਰਾਣ ਹੈ। ਦੂਸਰੀ ਗੱਲ ਹੈਗੀ ਕਿ ਜਾਇਦਾਦ ਤੇ ਵੰਡ ਦਿਓਗੇ, ਸੰਗਤ ਨੂੰ ਕਿਵੇਂ ਵੰਡ ਦਿਓਗੇ? ਕਿਸੇ ਅੱਜ ਏਡਾ ਮਾੜਾ ਹਾਲ ਹੈ, ਕਿਸੇ ਦੇ ਘਰ ਵਾਲੀ ਉਧਰ ਹੈ, ਘਰ ਵਾਲਾ ਉਧਰ ਹੈ, ਪਿਓ ਹੋਰ ਪਾਸੇ ਹੈ, ਪੁੱਤਰ ਹੋਰ ਪਾਸੇ, ਹਰ ਘਰ 'ਚ ਲੜਾਈਆਂ ਪਈਆਂ, ਲੋਕਾਂ ਦੇ ਰਿਸ਼ਤੇ ਨਹੀਂ ਹੋ ਰਹੇ, ਕੋਈ ਰਿਸ਼ਤੇ ਛੁੱਟ ਜਾਂਦੇ ਨੇ। ਤੂੰ ਵੱਡੇ ਨੂੰ ਮੰਨਦਾ, ਛੋਟੇ ਨੂੰ ਮੰਨਦਾ। ਤੋਂ ਮੈਂ ਤੇ 1200 ਏਕੜ ਤੋਂ ਵੀ ਨਾ ਕਰ ਦਿੱਤੀ ਸੀ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਂ ਕੋਸ਼ਿਸ਼ ਕਰਦਾ ਕਿ ਗੁਰੂ ਦੀ ਕਿਰਪਾ ਨਾਲ ਮੇਰਾ ਨਿਸ਼ਾਨਾ ਇਹ ਹੈ ਕਿ ਮੈਂ ਜਿਹੜਾ ਤੁਸੀਂ ਕਿਹਾ ਸੀ ਕਿ ਗੁਰਬਾਣੀ ਅਨੁਸਾਰ ਚੱਲ ਕੇ ਜਿੰਨਾ ਮੈਂ ਚੱਲ ਸਕਾਂ, ਮੈਂ ਸਿੱਖੀ ਵਧਾਉਣ ਦੀ ਕੋਸ਼ਿਸ਼ ਕਰਦਾ ਤੇ ਸਿੱਖੀ ਵਧਾਉਣ ਲਈ ਪੰਥ ਨੂੰ ਇਕੱਠਾ ਕਰਨ ਦੀ ਤੇ ਤਿਆਗ ਕਰਨ ਦੀ ਕੋਸ਼ਿਸ਼ ਕਰਦਾ। ਜੇ ਬਾਕੀ ਦੇ ਵੀ ਥੋੜਾ ਥੋੜਾ ਜਿਹਾ ਕਰ ਲੈਣ ਮੇਰੇ ਜਿੰਨਾ। ਜੀ 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 ਮੇਰਾ ਇੱਕ ਸਵਾਲ ਸੀ ਕਿ ਜਿਹੜੀਆਂ ਸੰਪਰਦਾਵਾਂ ਹੁੰਦੀਆਂ ਨੇ, ਜਿਹੜੇ ਇਹ ਡੇਰੇ ਹੁੰਦੇ ਨੇ, ਸੈਕਟ ਹੁੰਦੇ ਨੇ, ਇੱਕ ਪਰਿਵਾਰ ਹੁੰਦੇ ਨੇ। ਤੁਸੀਂ ਹੁਣੇ ਜ਼ਿਕਰ ਕੀਤਾ ਸੀ ਕਿ ਪਤੀ ਇੱਕ ਪਾਸੇ ਆ, ਪਤਨੀ ਇੱਕ ਪਾਸੇ ਆ, ਪਿਓ ਕਿਸੇ ਪਾਸੇ ਆ, ਪੁੱਤਰ ਕਿਸੇ ਪਾਸੇ ਹੈਗਾ। ਜਦੋਂ ਇਸ ਤਰੀਕੇ ਦੀ ਗੱਦੀ ਨੂੰ ਲੈ ਕੇ ਵਿਵਾਦ ਕ੍ਰੀਏਟ ਹੁੰਦੇ ਨੇ, ਜਦੋਂ ਪਰਿਵਾਰ ਵੰਡੇ ਜਾਂਦੇ ਨੇ, ਇੱਕ ਪਰਿਵਾਰ ਨਹੀਂ ਵੰਡਿਆ ਜਾਂਦਾ, ਉਦੋਂ ਹਜ਼ਾਰਾਂ ਪਰਿਵਾਰ ਜਿਹੜੇ ਨੇ ਵੰਡੇ ਜਾਂਦੇ ਨੇ, ਕਿਉਂਕਿ ਹਰ ਕੋਈ ਆਪਣੀਆਂ ਭਾਵਨਾਵਾਂ ਦੇ ਮੁਤਾਬਿਕ ਆਪਣਾ ਰਸਤਾ ਜਿਹੜਾ ਉਸ ਵੇਲੇ ਚੋਣ ਕਰਦਾ। ਇਹ ਆਪਣੇ ਆਪ 'ਚ ਕਿੰਨਾ ਕੁ ਖਤਰਨਾਕ ਹੈ? ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਸਾਡੀ ਲੀਡਰਸ਼ਿਪ ਹੈ, ਉਹ ਲੀਡਰਸ਼ਿਪ ਜਦੋਂ ਧਿਆਨ ਨਹੀਂ ਦਿੰਦੀ, ਉਦੋਂ ਇਹ ਆਪਣੇ ਆਪ 'ਚ ਇਸ ਤਰੀਕੇ ਦੇ ਹਾਲਾਤ ਹੁੰਦੇ ਨੇ ਕਿ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਤੇ ਡਿਫਰੈਂਸਿਸ ਕ੍ਰੀਏਟ ਕਰ ਰਹੇ ਹਾਂ, ਬਟ ਨਾਲ ਹੀ ਨਾਲ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਹੈ ਉਹਨਾਂ ਦੇ ਵਿੱਚ ਵੀ ਅਸੀਂ ਇੱਕ ਵੱਡਾ ਜਿਹੜਾ ਉਹ ਦਰਾਰ ਜਿਹੜੀ ਉਹ ਬਣਾ ਰਹੇ। ਬਿਲਕੁਲ ਠੀਕ ਹੈ ਜੀ। ਜਿਹੜਾ ਤੁਸੀਂ ਪੁੱਛਿਆ ਕਿੰਨਾ ਨੁਕਸਾਨ ਹੁੰਦਾ ਹੈ, ਉਹ ਇੰਨਾ ਨੁਕਸਾਨ ਹੁੰਦਾ ਹੈ ਕਿ ਜਿਹੜਾ ਮਿਣਿਆ ਹੀ ਨਹੀਂ ਜਾ ਸਕਦਾ। ਇੰਨਾ ਨੁਕਸਾਨ ਹੁੰਦਾ ਹੈ ਕਿ ਜਿਹੜਾ ਮਿਣਿਆ ਹੀ ਨਹੀਂ ਜਾ ਸਕਦਾ, ਕਿਉਂਕਿ ਸੰਗਤ ਦੀ ਸ਼ਰਧਾ ਟੁੱਟਦੀ ਹੈ। ਕੋਈ ਹੋਰ ਕਿਸੇ ਸਮਾਜ ਵਿੱਚ ਚਲਾ ਜਾਂਦਾ, ਕੋਈ ਕਿਤੇ ਚਲਾ ਜਾਂਦਾ ਤੇ ਲੋਕਾਂ ਦੇ ਘਰ 'ਚ ਪੌੜੇ ਪੈਂਦੇ ਨੇ। ਔਰ ਇਹਦੇ ਵਿੱਚ 100 ਨਹੀਂ 1000% ਗਲਤੀ ਸਾਡੀ, ਜਿਹਦੇ 'ਚ ਮੈਂ ਆਪਣੇ ਆਪ ਨੂੰ ਚਲੋ ਥੋੜਾ ਜਿਹਾ ਨਿਰਦੋਸ਼ ਮੰਨਦਾ, ਪਰ ਮਤਲਬ ਗਲਤੀ ਆਗੂਆਂ ਦੀ ਹੈ। ਆਗੂ ਆਪਣੀ ਪਦਵੀ ਵਾਸਤੇ ਸਮਾਜ ਦਾ, ਸੰਗਤ ਦਾ ਨੁਕਸਾਨ ਕਰਦੇ ਨੇ। ਜੀ ਜੀ ਇੱਕ ਚੀਜ਼ ਹੋਰ, ਜਿਸ ਤਰ੍ਹਾਂ ਗੁਰੂ ਨਾਨਕ ਦੇ ਵਿਸ਼ਾਲ ਦਰਖਤ ਦੀ ਅਸੀਂ ਗੱਲ ਕੀਤੀ ਸੀ, ਹੌਲੀ ਹੌਲੀ ਅਸੀਂ ਵੰਡੇ ਗਏ, ਅਸੀਂ ਜੜ੍ਹਾਂ ਨਾਲੋਂ ਟੁੱਟਣ ਦੇ ਕਗਾਰ ਤੱਕ ਜਿਹੜੇ ਉਹ ਪਹੁੰਚੇ ਹੋਏ ਆ। ਅਸੀਂ ਟਾਹਣੀਆਂ ਨੂੰ ਵੀ ਵੱਖਰੇ ਕੀਤਾ, ਟਾਹਣੀਆਂ ਦੇ ਨਾਲੋਂ ਅਸੀਂ ਛੋਟੀਆਂ ਛੋਟੀਆਂ ਬ੍ਰਾਂਚਾਂ ਨੂੰ ਵੱਖਰਾ ਕੀਤਾ, ਬ੍ਰਾਂਚਾਂ ਤੋਂ ਪੱਤੀਆਂ ਨੂੰ ਵੱਖਰਾ ਕੀਤਾ, ਫਲਾਂ ਨੂੰ ਵੱਖਰਾ ਕੀਤਾ, ਗਿਟਕਾਂ ਤੱਕ ਅਸੀਂ ਜਿਹੜੇ ਨੇ ਆਪਸ 'ਚ ਇੱਕ ਦੂਜੇ ਨੂੰ ਵੰਡਿਆ। ਜਿਹੜੀ ਆਪਾਂ ਇੱਕ ਗੱਲ ਕਰਦੇ ਕਿ ਸਾਨੂੰ ਹੁਣ ਇਕੱਠੇ ਹੋਣ ਦੀ ਲੋੜ ਹੈ, ਜਿਸ ਤਰੀਕੇ ਨਾਲ ਪਰਸੋਂ ਰੋਜ਼ ਤੁਸੀਂ ਇੱਕ ਕਿਤਾਬ ਦਾ ਵੀ ਜ਼ਿਕਰ ਕਰ ਰਹੇ ਸਾਂ ਕਿ ਜੇ ਕਰੋੜਾਂ ਦੀ ਤਾਦਾਦ ਦੇ ਵਿੱਚ ਭਾਰਤ ਭਰ ਦੇ ਵਿੱਚ ਜਿਹੜੀਆਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਹੈਗੀਆਂ ਨੇ, ਉਹਨਾਂ ਨੂੰ ਇਕੱਠੇ ਕਰਨ ਦੀ ਲੋੜ ਹੈਗੀ ਹੈ, ਤਾਂ ਤੁਹਾਨੂੰ ਕੀ ਲੱਗਦਾ ਕਿ ਅੱਜ ਲੀਡਰਸ਼ਿਪ ਨੂੰ ਕਿਸ ਤਰੀਕੇ ਨਾਲ ਅੱਗੇ ਆਉਣ ਦੀ ਲੋੜ ਹੈ? ਜਿਹੜੇ ਆਪਸੀ ਡਿਫਰੈਂਸਸ ਨੇ, ਕਿੰਨਾ ਚਿਰ ਰਾਜਨੀਤੀ ਦੀ ਭੇਟ ਚੜ੍ਹ ਕੇ ਉਹਨਾਂ ਨੂੰ ਆਪਾਂ ਕੰਟੀਨਿਊ ਰੱਖਾਂਗੇ? ਕਿੰਨਾ ਚਿਰ ਉਸ ਅੱਗ ਦੇ ਨਾਲ ਲੋਕਾਂ ਦੇ ਘਰ ਸਾੜਾਂਗੇ, ਬੱਚੇ ਸਾੜਾਂਗੇ? ਇਸ ਨੂੰ ਖਤਮ ਕਰਨ ਵਾਸਤੇ ਸਾਨੂੰ ਕੀ ਕਰਨ ਦੀ ਲੋੜ ਹੈ? ਮੈਂ
ਆਪ ਜੀ ਦੇ ਸਵਾਲ ਤੋਂ ਥੋੜੇ ਜਿਹੇ ਫਰਕ ਨਾਲ ਉੱਤਰ ਦੇਵਾਂਗਾ। ਤੇ ਕਰੀਬ ਜੀ ਕਰੀਬ ਉਹੀ ਹੈ ਗੱਲ। ਵੱਡੀ ਗੱਲ ਇਹ ਹੈਗੀ ਹੈ ਜੀ ਕਿ ਜਿਹੜੇ ਸਾਡੇ ਆਗੂ ਬਣ ਚੁੱਕੇ ਨੇ ਇਸ ਵੇਲੇ, ਕਿਸੇ ਵੀ ਤਰ੍ਹਾਂ ਬਣ ਗਏ ਨੇ, ਜਿਹੜੇ ਅੰਮ੍ਰਿਤਧਾਰੀ ਖਾਲਸਾ ਪੰਥ ਦੇ ਆਗੂ ਨੇ ਤੇ ਜਿਹੜੇ ਕਾਬਜ ਨੇ, ਉਹ ਜਿਹੜੇ ਨੇ ਉਹਨਾਂ ਦੀ ਸੋਚ ਬਦਲੇ, ਇਹ ਤੇ ਗੱਲ ਬੜੀ ਔਖੀ ਜਿਹੀ ਦਿਸਦੀ ਹੈ। ਉਹ ਕੀ ਹੋ ਸਕਦਾ ਹੈ ਇਹ ਮੈਨੂੰ ਨਹੀਂ ਸਮਝ ਆਉਂਦੀ ਪਈ। ਮੈਂ ਕੱਲ ਪਰਸੋਂ ਹੀ ਸੋਚਦਾ ਪਿਆ ਸੀ ਕਿ ਅੱਗੇ ਮੰਤਾਂ ਦੇ ਕੋਲ ਗੁਰਦੁਆਰੇ ਸੀ, ਇੱਕ ਇੱਕ ਦੇ ਕੋਲ ਇੱਕ ਗੁਰਦੁਆਰਾ ਸੀ, ਉਹਦੇ ਤੋਂ ਤੇ ਛੁਡਾ ਲਿਆ, ਤੇ ਹੁਣ ਜਿੰਨੇ ਗੁਰਦੁਆਰੇ ਨੇ, ਔਰ ਹੁਣ ਪੰਜਾਬ ਸਰਕਾਰ ਤੋਂ ਵੀ ਵੱਧ ਤਗੜੀ ਸ਼੍ਰੋਮਣੀ ਕਮੇਟੀ ਸੰਸਥਾ ਬਣੀ ਪਈ ਹੈ, ਜੇ ਉਹਨਾਂ ਤੋਂ ਕਿਸੇ ਨੂੰ ਛੁਡਾਉਣਾ ਪਵੇ ਤੇ ਉਹ ਕਿਵੇਂ ਛੁੱਟੇਗਾ? ਖੈਰ, ਤੇ ਜੇ ਉਹਨਾਂ ਤੋਂ ਛੁੱਟੇਗਾ ਤੇ ਜਿਹੜਾ ਅਗਲਾ ਆਏਗਾ ਉਹ ਕਿੰਨਾ ਕੁ ਨੇਕ ਆਏਗਾ, ਇਹ ਵੀ ਤੇ ਨਹੀਂ ਨਾ ਪਤਾ ਕਿ ਜੇ ਇੱਕ ਛੱਡਦਾ ਤਾਂ ਦੂਸਰਾ ਕਿੰਨਾ ਕੁ ਨੇਕ ਆਏਗਾ। ਪਰ ਮੈਂ ਆਪ ਜੀ ਨੂੰ ਕੁਝ ਆਪਣੇ ਸੁਝਾਅ ਸੰਖੇਪ 'ਚ ਦੱਸ ਦੇਣਾ, ਕਿਉਂਕਿ ਸਮਾਂ ਥੋੜਾ ਰਹਿ ਗਿਆ, ਕਿ ਸਿੱਖ ਪੰਥ ਵਧਾਉਣ ਜੀ ਵਾਸਤੇ ਮੇਰੀ ਸੋਚ ਅਨੁਸਾਰ ਕੁਝ ਬੇਨਤੀਆਂ ਨੇ, ਮੈਂ ਆਪ ਜੀ ਨੂੰ ਕਰ ਦੇਣਾ। ਸਰੋਤੇ ਦਰਸ਼ਕ ਵੀ ਉੱਤੇ ਵਿਚਾਰ ਕਰਨਗੇ, ਲੰਬੀ ਗੱਲ ਫੇਰ ਕਰਾਂਗੇ। ਜੀ ਸਭ ਤੋਂ ਪਹਿਲੀ ਗੱਲ ਜਿਹੜੀ ਹੈ, ਉਹ ਸਾਡਾ ਨਿਸ਼ਾਨਾ ਏਕਤਾ ਨਹੀਂ, ਸਾਡਾ ਨਿਸ਼ਾਨਾ ਹੈਗਾ ਕਿ ਅਸੀਂ ਸਿੱਖ ਪੰਥ ਨੂੰ ਵਧਾਉਣਾ ਤੇ ਚੜ੍ਹਦੀ ਕਲਾ ਕਰਨੀ ਹੈ। ਤੇ ਸਿੱਖ ਪੰਥ ਦਾ ਮਤਲਬ ਹੈ ਹਰ ਗੁਰੂ ਨਾਨਕ ਨਾਮ ਲੇਵਾ, ਹਰੇਕ ਨਾਨਕ ਪੰਥੀ, ਜਿਹਦੇ ਵਿੱਚ ਰਾਏ ਬੁਲਾਰ ਵੀ ਹੈ, ਪੀਰ ਬੁੱਧੂ ਸ਼ਾਹ ਵੀ ਹੈ, ਔਰ ਲਾਮੇ ਵੀ ਨੇ, ਸਾਰੇ ਹੀ ਜਿੰਨੇ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਨੇ ਉਹ ਸਾਰੇ ਹੀ। ਸੋ ਉਹਦੇ ਵਾਸਤੇ ਤਰੀਕਾ, ਉਹਦੇ 'ਚ ਇੱਕ ਸਭ ਤੋਂ ਵੱਡਾ ਸਾਧਨ ਤੇ ਪਹਿਲਾ ਸਾਧਨ ਹੈ ਕਿ ਏਕਤਾ ਹੋਵੇ। ਲਕਸ਼ ਪੰਥ ਵਧਾਉਣਾ, ਤੇ ਉਹਦੇ ਵਿੱਚ ਅੱਗੋਂ ਫਿਰ ਸਾਨੂੰ ਆਪਣਾ ਇੱਕ ਲਕਸ਼ ਇਹ ਤੈਅ ਕਰਨਾ ਚਾਹੀਦਾ ਹੈ ਕਿ ਅਸੀਂ ਸਾਰੇ ਸੰਸਾਰ ਵਿੱਚ, ਮੈਂ ਲਕਸ਼ ਦਾ ਹੀ ਇੱਕ ਅੱਗੋਂ ਵਿਆਖਿਆ ਕਰ ਰਿਹਾ, ਕਿ ਸਾਰੇ ਸੰਸਾਰ ਵਿੱਚ ਲੋਕਾਂ ਤੋਂ ਧੰਨ ਗੁਰੂ ਨਾਨਕ ਅਖਵਾਉਣਾ। ਤੇ ਜਿੱਥੇ ਧੰਨ ਗੁਰੂ ਨਾਨਕ ਆਖਿਆ ਗਿਆ, ਜਿਹੜਾ ਵੀ ਧੰਨ ਗੁਰੂ ਨਾਨਕ ਆਖਣ ਵਾਲਾ ਉੱਥੋਂ ਦਾ ਰਾਜ ਹੈ, ਉਹ ਸਿੱਖਾਂ ਦਾ ਰਾਜ ਹੋ ਗਿਆ। ਉੱਥੇ ਇਹ ਨਹੀਂ ਕਿ 3 ਫੁੱਟੀ ਕਿਰਪਾਨ ਪਾ ਕੇ ਤੇ ਅੰਮ੍ਰਿਤਧਾਰੀ ਜਾ ਕੇ ਬੈਠੇਗਾ ਤਾਂ ਹੀ ਉਹ ਗੁਰੂ ਨਾਨਕ ਦਾ ਰਾਜ ਹੈ। ਸੋ ਉਹ, ਔਰ ਇਸ ਵੇਲੇ ਲੋੜ ਇਸ ਗੱਲ ਦੀ ਹੈ ਕਿ ਅਸੀਂ ਇਹ ਜਿਹੜੀ ਮੈਂ ਬੇਨਤੀ ਕੀਤੀ ਹੈ, ਜੇ ਇਹ ਸਾਰਿਆਂ ਨੂੰ ਜੱਚ ਜਾਵੇ ਤਾਂ ਆਪ ਜੀ ਵਰਗੇ ਮੀਡੀਆ ਤੋਂ, ਸਾਰੇ ਗੁਰਦੁਆਰਿਆਂ ਤੋਂ, ਸਭ ਪਾਸਿਆਂ ਤੋਂ ਇਹ ਸੋਚ ਬਣਾਉਣ ਦੀ ਪ੍ਰੇਰਨਾ ਸਿੱਖਾਂ ਨੂੰ ਮਿਲਣੀ ਚਾਹੀਦੀ ਹੈ ਕਿ ਆਪਾਂ ਪੰਥ ਵਧਾਉਣਾ ਹੈ। ਔਰ ਇਹਦੇ ਵਾਸਤੇ ਮੈਂ 3-4 ਸਾਧਨ ਮੇਰੇ ਜੋ ਧਿਆਨ 'ਚ ਛੋਟੇ ਸੰਖੇਪ 'ਚ ਆਏ ਨੇ, ਮੈਂ ਆਪ ਜੀ ਨੂੰ ਬੇਨਤੀ ਕਰ ਦਿੰਦਾ। ਇੱਕ ਤਾਂ ਸਭ ਤੋਂ ਪਹਿਲੀ ਲੋੜ ਹੈ ਕਿ ਨਿਰਲਾਲਚ, ਵਿਦਵਾਨ ਪਰ ਸ਼ਰਧਾਲੂ ਆਗੂ ਸਾਡੇ ਹੋਣੇ ਚਾਹੀਦੇ ਨੇ। ਬੇਸ਼ਰਧ ਵਿਦਵਾਨਾਂ ਦੀ ਲੋੜ ਨਹੀਂ ਗੀ। ਜੀ ਔਰ ਸਿੱਖ ਪੰਥ ਵਿੱਚ ਚੋਣ ਪ੍ਰਣਾਲੀ ਪੂਰਨ ਰੂਪ 'ਚ ਹਰ ਗੁਰਦੁਆਰੇ 'ਚੋਂ ਸਮਾਪਤ ਹੋਣੀ ਚਾਹੀਦੀ ਹੈ। ਮੈਂ ਇਹਦੇ ਵਾਸਤੇ ਬਹੁਤ ਵੱਡਾ ਇੱਕ ਲੇਖ ਲਿਖਿਆ, ਗੁਰਬਾਣੀ ਦੇ ਪ੍ਰਮਾਣ ਦੇ ਕੇ, 13 ਗੁਰਬਾਣੀ ਦੇ ਪ੍ਰਮਾਣ ਦੇ ਕੇ ਮੈਂ ਸਿੱਧ ਕੀਤਾ ਕਿ ਚੋਣ ਪ੍ਰਣਾਲੀ ਮਹਾ ਪਾਪ ਹੈ, ਇਹ ਸੇਵਾ ਨਹੀਂ ਹੈਗੀ। ਸੋ ਔਰ ਆਪਾਂ ਨੂੰ ਉਹ ਪ੍ਰਚਾਰ ਸਿੱਖਾਂ ਨੂੰ ਕਰਨਾ ਚਾਹੀਦਾ ਹੈ। ਮੇਰੇ ਵਿਚਾਰ ਅਨੁਸਾਰ ਕਰਾਮਾਤਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ, ਕਿਉਂਕਿ ਲੋਕ ਕਰਾਮਾਤਾਂ ਤੋਂ ਬਿਨਾਂ ਨਹੀਂ ਜੁੜਦੇ। ਗੁਰੂ ਨਾਨਕ ਸਾਹਿਬ ਨੇ ਕਰਾਮਾਤਾਂ ਵਿਖਾਈਆਂ, ਲੋਕਾਂ ਨੇ ਕਰਾਮਾਤਾਂ ਦਾ ਪ੍ਰਚਾਰ ਕੀਤਾ, ਕੰਨੋ ਕੰਨੀ ਹੋਇਆ, ਤਾਂ ਹੀ ਕਰੋੜਾਂ ਲੋਕ ਸੱਚੇ ਪਾਤਸ਼ਾਹ ਦੇ ਉਦਣ ਵੀ ਸ਼ਰਧਾਲੂ ਬਣ ਗਏ ਸੀ। ਇੱਕ ਮੁਸਲਮਾਨ ਰਾਏ ਬੁਲਾਰ ਇੱਕ ਹਿੰਦੂ ਪਟਵਾਰੀ ਦੇ ਮੁੰਡੇ ਨੂੰ 9 ਸਾਲ ਦੇ ਨੂੰ ਐਵੇਂ ਨਹੀਂ ਮੱਥਾ ਟੇਕਦਾ ਬਿਨਾਂ ਕਰਾਮਾਤ ਵੇਖੇ। ਇਸ ਤੋਂ ਬਿਨਾਂ ਆਪਾਂ ਲੋਕਾਂ ਦੀ ਲੋੜ ਪੂਰੀ ਕਰੀਏ। ਹਸਪਤਾਲ ਤੇ ਸਕੂਲ ਆਦਿ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ, ਉਹ ਆਪਾਂ ਬਣਾ ਕੇ ਦੇਈਏ। ਇੱਕ PIU ਦਾ ਡਾਕਟਰ ਗਿਆ ਉੱਥੇ ਬੰਗਲੌਰ ਮੇਰੇ ਛੋਟੇ ਭਾਜੀ ਕੋਲ, ਤੇ ਛੋਟੇ ਭਾਜੀ ਨੇ, ਠਾਕੁਰ ਉਦੈ ਸਿੰਘ ਜੀ ਨੇ ਉਹਨੂੰ ਆਖਿਆ ਕਿ ਅਸੀਂ ਏਡਾ ਵੱਡਾ ਗੁਰਦੁਆਰਾ ਬਣਾਇਆ ਇੱਕ ਕਿੱਲੇ ਦੇ ਵਿੱਚ ਜਿੱਥੇ ਕੋਈ ਥੰਮਾ ਨਹੀਂ। ਉਹ ਅੱਗੋਂ ਆਂਦਾ, ਭਾਜੀ ਮੇਰੀ ਗੱਲ ਦਾ ਗੁੱਸਾ ਨਾ ਕਰਿਓ, ਜਦੋਂ ਤੁਸੀਂ ਆਪਣੇ ਬੱਚੇ ਦਾਖਲ ਕਰਾਉਣੇ ਹੁੰਦੇ ਨੇ ਜਾਂ ਆਪਣੇ ਬੁੜੇ ਨੂੰ ਦਾਖਲ ਕਰਾਉਣਾ ਹੁੰਦਾ, ਉਦੋਂ ਤਾਂ ਈਸਾਈਆਂ ਦੇ ਬੂਹੇ ਅੱਗੇ ਜਾ ਕੇ ਖਲੋ ਜਾਂਦੇ ਹੋ ਕਿ ਮੇਰਾ ਬੱਚਾ ਦਾਖਲ ਕਰ ਲੈ, ਮੇਰੇ ਬੁੜੇ ਨੂੰ ਦਾਖਲ ਕਰ ਲੈ, ਤੇ ਤੁਹਾਡੇ ਗੁਰਦੁਆਰੇ ਨੇ ਉੱਥੇ ਕੀ ਕੰਮ ਕਰਨਾ? ਸੋ ਇਹੋ ਹੀ ਸੋਚ ਸਾਨੂੰ ਵੀ ਬਦਲਣ ਦੀ ਲੋੜ ਹੈ ਕਿ ਗੁਰਦੁਆਰਿਆਂ ਦੇ ਉੱਤੇ ਮਾਇਆ ਲਾਉਣ ਦੀ ਬਜਾਏ ਹਸਪਤਾਲ ਬਣਾਓ। ਹਸਪਤਾਲ ਦੇ ਵਿੱਚ ਹੀ ਇੱਕ ਪਾਸੇ 1-2 ਕਮਰੇ ਜਿਹੜੇ ਨੇ ਉਹ ਗੁਰਬਾਣੀ ਪ੍ਰਚਾਰ ਵਾਸਤੇ ਬਣਾ ਦਿੱਤੇ ਜਾਣ। ਸਕੂਲ, ਕਾਲਜ, ਵਿਦਿਅਕ ਸੰਸਥਾਵਾਂ, ਯਾਨੀ ਲੋਕਾਂ ਦੀ ਲੋੜ ਪੂਰੀ ਕੀਤੀ ਜਾਵੇ, ਜਿਵੇਂ ਈਸਾਈ ਕਰਦੇ ਪਏ ਨੇ।
ਕੁਝ ਨਕਲ ਉਹਨਾਂ ਦੀ ਕਰ ਲਈ ਜਾਵੇ। ਔਰ ਅਸੀਂ ਸਾਡੇ ਮੀਡੀਆ ਤੋਂ, ਹਰੇਕ ਤਰ੍ਹਾਂ ਦੇ ਮੀਡੀਆ ਤੋਂ, ਗੁਰਦੁਆਰਿਆਂ ਤੋਂ ਇਹ ਪ੍ਰਚਾਰ ਹੋਣਾ ਚਾਹੀਦਾ ਹੈ। ਹਰ ਸਿੱਖ ਨੂੰ ਇਹ ਪ੍ਰੇਰਨਾ ਮਿਲੇ ਕਿ ਭਾਈ ਨਫ਼ਰਤ ਨਾ ਕਰੋ, ਮਿੱਠਾ ਬੋਲੋ, ਪ੍ਰੇਮ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਜੋੜੋ। ਕਿਉਂਕਿ ਇਸ ਵੇਲੇ ਇਹ ਹੈ ਕਿ ਜਿਹੜਾ ਉੱਠਦਾ ਹੈ ਉਹ ਹਰੇਕ ਨੂੰ ਹੀ, ਤੂੰ RSS ਦਾ ਕੁੱਤਾ ਹੈ, ਤੂੰ ਫਲਾਣਾ ਹੈ, ਤੂੰ ਸਿੱਖ ਹੀ ਨਹੀਂ, ਤੂੰ ਹਿੰਦੂਆਂ ਦਾ ਕੁੱਤਾ, ਤੂੰ ਮਤਲਬ ਇੱਥੋਂ ਬੋਲਦੇ ਨੇ ਸਿੱਖ। ਅਜੇ ਉਹ ਪਤਾ ਨਹੀਂ ਉਹ ਨਾਨਕ ਫਿੱਕੇ ਬੋਲਿਆ ਵਾਲੀ ਤੁਕਾਂ ਜਿਹੜੀਆਂ ਨੇ ਉਹ ਕਿੱਧਰ ਚਲੀਆਂ ਜਾਂਦੀਆਂ ਨੇ ਉਦੋਂ। ਕਿਉਂਕਿ ਨਫ਼ਰਤ ਕੀਤਿਆਂ ਤੇ ਆਪਣੇ ਵੀ ਦੂਰ ਚਲੇ ਜਾਂਦੇ ਨੇ, ਆਪਣੇ ਨਿਆਣੇ ਨਹੀਂ ਨੇੜੇ ਆਉਂਦੇ। ਤੇ ਪ੍ਰੇਮ ਕਰਾਂਗੇ, ਕਿਸੇ ਨੂੰ ਵਿਰੋਧ ਨਾ ਕਰਾਂਗੇ, ਪ੍ਰੇਮ ਕਰਕੇ ਨੇੜੇ ਲਿਆਂਦਾ ਜਾਵੇ, ਇਸ ਗੱਲ ਦੀ ਪ੍ਰੇਰਨਾ ਮਿਲਣੀ ਚਾਹੀਦੀ ਹੈ। ਔਰ ਇਹ ਪ੍ਰੇਰਨਾ ਵੀ ਮਿਲਣੀ ਚਾਹੀਦੀ ਹੈ ਕਿ ਸਿੱਖੀ ਸ਼ਰਧਾ ਨਾਲ ਹੈ, ਬਾਹਰਲੇ ਸਰੂਪ ਨਾਲ ਨਹੀਂ ਹੈਗੀ, ਕੇਸਦਾੜੀ ਨਾਲ ਨਹੀਂ ਹੈਗੀ। ਇਹ ਅੰਮ੍ਰਿਤਧਾਰੀ ਖਾਲਸਾ ਵਾਸਤੇ ਕੇਸਦਾੜੀ ਆਦ ਇਹ ਸਰੂਪ ਹੈਗਾ, ਪਰ ਬਾਕੀ ਬਾਹਰਲਾ ਸਰੂਪ ਦਾ ਤਾਂ ਗੁਰਬਾਣੀ 'ਚ ਖੰਡਨ ਹੈ ਨਾ। ਉੱਥੇ ਤਾਂ ਲਿਖਿਆ ਹੋਇਆ ਛੋਡਾ ਵੇਸ ਭੇਖ ਚਤਰਾਈ, ਔਰ ਉੱਥੇ ਤੇ ਇੱਥੋਂ ਤੱਕ ਲਿਖਿਆ ਕਿ ਗੁਰੂ ਨਾਨਕ ਪਾਤਸ਼ਾਹ ਦਾ ਲਿਖਿਆ ਨਾ ਸਤ ਮੂੰਡ ਮੰਡਾਏ, ਨਾ ਸਤ ਕੇਸੀ, ਕੇਸਾਂ ਨਾਲ ਵੀ ਸਤ ਦੀ ਪ੍ਰਾਪਤੀ ਨਹੀਂ ਹੈਗੀ। ਤੋ ਮੇਰਾ ਇਹ ਨਹੀਂ ਮਤਲਬ ਕੇਸ ਨਹੀਂ ਰੱਖਣੇ ਚਾਹੀਦੇ, ਅਸੀਂ ਵੀ ਰੱਖਦੇ ਹਾਂ, ਸਭ ਕੁਝ ਹੈਗਾ, ਪਰ ਆਪਾਂ ਸਾਰਿਆਂ ਦੇ ਉੱਤੇ ਇਸ ਰੂਪ ਨੂੰ ਠੋਸੀਏ ਨਾ। ਜਿਹਨੇ ਅੰਮ੍ਰਿਤਧਾਰੀ ਖਾਲਸਾ ਬਣਨਾ ਉਹ ਰੱਖੋ ਬਈ, ਨਹੀਂ ਤੇ ਗੁਰੂ ਨਾਨਕ ਨਾਮ ਲੇਵਾ ਦੇ ਵਿੱਚ ਤੇ ਸਾਰੇ ਹੀ ਰੂਪ ਹੈਗੇ ਨੇ। ਔਰ ਜਿੰਨੇ ਸਾਡੇ ਸਿੱਖਾਂ ਦੇ ਸੰਪਰਦਾਵਾਂ ਜੀ, ਮੈਂ ਇੱਕ ਮਿੰਟ ਗੱਲ ਪੂਰੀ ਕਰ ਲਵਾਂ ਫਿਰ। ਉਹਨਾਂ ਸਾਰਿਆਂ ਨੂੰ ਆਪਾਂ ਉਹਨਾਂ ਨੂੰ ਪੂਰਨ ਸਤਿਕਾਰ ਦੇਈਏ, ਜਿਸ ਰੂਪ ਦੇ ਵਿੱਚ ਉਹ ਹੈਗੇ ਨੇ, ਜੋ ਪਰੰਪਰਾਵਾਂ ਨੇ, ਜੋ ਵੀ ਨੇ, ਉਹਨਾਂ ਸਾਰਿਆਂ ਨੂੰ ਹੀ ਉਹਨਾਂ ਨੂੰ ਆਪਣੇ ਆਪਣੇ ਥਾਂ ਸਤਿਕਾਰ ਦੇਈਏ। ਉਹਨਾਂ ਨੂੰ ਆਖੀਏ ਕਿ ਤੁਸੀਂ ਸਤਿਕਾਰਯੋਗ ਹੋ, ਪਰ ਆਪਾਂ ਗੁਰੂ ਨਾਨਕ ਪੰਥੀ ਹਾਂ ਤੇ ਆਪਾਂ ਭਰਾ ਹੈਗੇ ਹਾਂ, ਆਪਸ ਵਿੱਚ ਇਕੱਠੇ ਹੋਣਾ। ਇਹਦੇ ਨਾਲ ਨਾਲ ਹੀ ਅਸੀਂ ਕਿਸੇ ਦੇ ਉੱਤੇ ਵੀ ਕਿ ਜੀ ਇਹ ਅਕਾਲ ਤਖਤ ਦਾ ਹੁਕਮ ਹੈ, ਇਹ ਸ਼੍ਰੋਮਣੀ ਕਮੇਟੀ ਦੀ ਮਰਿਆਦਾ ਹੈ, ਇਹਨਾਂ ਚੀਜ਼ਾਂ ਨੂੰ ਠੋਸਣਾ ਬੰਦ ਕਰੀਏ। ਤੋ ਇਹ ਸੰਖੇਪ 'ਚ ਥੋੜੇ ਸਮੇਂ 'ਚ ਇੰਨੇ ਕੁ ਸੁਝਾਅ ਨੇ ਮੇਰੇ। ਹੁਣ ਆਪ ਜੀ ਬਚਨ ਕਰੋ ਜੀ। ਠੀਕ ਹੈ, ਸੁਝਾਵਾਂ ਦੇ ਸ਼ੁਰੂਆਤ ਦੇ ਵਿੱਚ ਤੁਸੀਂ ਗੱਲ ਕਰ ਰਹੇ ਸੀ, ਮੈਂ ਜ਼ਿਆਦਾ ਜਿਹੜਾ ਧਾਰਮਿਕ ਨਹੀਂ ਹੈਗਾ, ਪਰ ਮੈਂ ਇੱਕ ਚੀਜ਼ ਨੂੰ ਸਮਝਦਾ ਕਿ ਕੁਝ ਵਿਵਾਦ ਨੇ ਆਪਸ ਦੇ ਵਿੱਚ, ਜਿਹੜੇ ਰੀਤੀ ਰਿਵਾਜਾਂ ਨੂੰ ਲੈ ਕੇ, ਸੰਪਰਦਾਵਾਂ ਨੂੰ ਲੈ ਕੇ ਵਿਵਾਦ ਨੇ। ਵੱਡੀ ਗਿਣਤੀ ਦੇ ਵਿੱਚ ਜਿਹੜੇ ਗੁਰਸਿੱਖ ਨੇ ਉਹ ਕਹਿੰਦੇ ਨੇ ਕਿ ਬਾਬਾ ਨਾਨਕ ਜਿਹੜਾ ਹੈਗਾ ਉਹਦੇ ਨਾਲ ਅਸੀਂ ਕਰਾਮਾਤਾਂ ਨੂੰ ਜਿਹੜਾ ਉਹ ਨਹੀਂ ਜੋੜ ਸਕਦੇ। ਕਰਾਮਾਤਾਂ ਜਿਹੜੀਆਂ ਨੇ ਉਹ ਹੋਰ ਤਰੀਕੇ ਦੀਆਂ ਚੀਜ਼ਾਂ ਹੁੰਦੀਆਂ ਨੇ, ਪਰ ਗੁਰੂ ਨਾਨਕ ਜਿਹੜੇ ਨੇ ਉਹ ਰੱਬੀ ਰੂਪ ਹੈਗੇ ਨੇ। ਜਿਹੜੇ ਵੀ ਉਹਨਾਂ ਵੱਲੋਂ ਸੰਦੇਸ਼ ਦਿੱਤੇ ਗਏ, ਜਿਹੜੇ ਵੀ ਉਹਨਾਂ ਵੱਲੋਂ ਕਾਰਜ ਕੀਤੇ ਗਏ, ਜਿਸ ਤਰੀਕੇ ਨਾਲ ਵੀ ਉਹ ਇਸ ਧਰਤੀ ਦੇ ਉੱਤੇ ਵਿਚਰੇ ਨੇ, ਉਹ ਆਪਣੇ ਆਪ 'ਚ ਇੱਕ ਜੋਤ ਦੇ ਰੂਪ 'ਚ ਵਿਤਰੇ ਨੇ। ਤੇ ਕਰਾਮਾਤਾਂ ਜਿਹੜੀਆਂ ਨੇ ਦੂਰੋਂ ਨੇੜੇ ਵੀ ਉਹ ਲਾਗੇ ਨਹੀਂ ਆਉਂਦੀਆਂ। ਪਰ ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਗੱਲ ਕਰ ਰਹੇ ਸੀ, ਤੁਸੀਂ ਕਰਾਮਾਤਾਂ ਸ਼ਬਦ ਦਾ ਵਰਤੋਂ ਕੀਤੀ ਸੀ। ਕਰਾਮਾਤਾਂ ਜਿਹੜੀਆਂ ਪ੍ਰਮੋਟ ਕਰਨੀਆਂ ਚਾਹੀਦੀਆਂ। ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਜੇ ਅਸੀਂ ਰਲ ਮਿਲ ਕੇ ਬੈਠ ਕੇ ਇੱਕ ਮੰਚ ਦੇ ਉੱਤੇ ਗੱਲ ਕਰੀਏ ਤਾਂ ਸ਼ਾਇਦ ਇਹਦੇ ਤੋਂ ਆਪਾਂ ਨੂੰ ਛੁਟਕਾਰਾ ਮਿਲ ਸਕੇ ਕਿ ਆਪਾਂ ਕਿਸ ਤਰੀਕੇ ਨਾਲ ਵਧਣਾ ਹੈ। 10 ਲੋਕ ਕੁਝ ਹੋਰ ਗੱਲ ਕਰਦੇ ਨੇ, 10 ਲੋਕ ਕੁਝ ਹੋਰ ਗੱਲ ਕਰਦੇ ਨੇ, ਵਿਚਲੇ ਜਿਹੜੇ 80 ਲੋਕ ਨੇ ਜਿਨ੍ਹਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਨਾ ਹੈ, ਉਹ ਆਪਸ ਦੇ ਵਿੱਚ ਵਿਵਾਦ ਖੜਾ ਕਰਕੇ ਬੈਠ ਜਾਂਦੇ ਨੇ ਕਿ ਅਸੀਂ ਹੋ ਕੀ ਰਿਹਾ, ਸਾਨੂੰ ਕਰਨਾ ਕੀ ਚਾਹੀਦਾ। ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਮਤਭੇਦ ਕ੍ਰੀਏਟ ਕਰਦੀਆਂ ਨੇ। ਮੈਂ ਜਦੋਂ 21ਵੀਂ ਸਦੀ ਦੀ ਗੱਲ ਕਰਦਾ, ਮੈਂ 21ਵੀਂ ਸਦੀ ਦੀ ਇਸ ਕਰਕੇ ਗੱਲ ਕਰਦਾ ਕਿ ਅੱਜ ਅਸੀਂ ਚੰਦਰਮਾ ਦੇ ਉੱਤੇ ਚਲੇ ਗਏ, ਅੱਜ ਅਸੀਂ ਮੰਗਲ ਦੇ ਉੱਤੇ ਚਲੇ ਗਏ, ਅੱਜ ਅਸੀਂ ਇਹ ਕਹਿੰਦੇ ਕਿ ਸਾਡੇ ਕੋਲ ਇੱਥੇ 9 ਗ੍ਰਹਿ ਨਹੀਂ ਹੈਗੇ। ਦੁਨੀਆ ਦੇ ਬਹੁਤ ਜ਼ਿਆਦਾ ਜਿਹੜੇ ਨੇ ਇੱਥੇ ਆਸੇ ਪਾਸੇ ਗ੍ਰਹਿ ਨੇ, ਪਤਾ ਨਹੀਂ ਇਸ ਬ੍ਰਹਿਮੰਡ ਦੇ ਵਿੱਚ ਹੋਰ ਕਿੰਨੇ ਜੀਵਨ ਹੈਗੇ ਨੇ, ਸਾਨੂੰ ਨਹੀਂ ਪਤਾ। ਅਸੀਂ ਖੋਜਾਂ ਕਰਨ ਦੇ ਉੱਤੇ ਲੱਗੇ ਹੋਏ ਹਾਂ। ਪਰ ਜਿਹੜੀ ਸਾਡੀ ਆਪਣੀ ਸੋਚ ਹੈ, ਅਸੀਂ ਇੱਕ ਧਰਮ ਨੂੰ ਹੀ ਨਹੀਂ ਸਮਝ ਪਾ ਰਹੇ ਅਤੇ ਵੱਖ-ਵੱਖ ਤਰੀਕੇ ਨਾਲ ਉਹਨੂੰ ਇੰਟਰਪ੍ਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਵੱਖ-ਵੱਖ ਤਰੀਕੇ ਨਾਲ ਉਹਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਇਹ ਆਪਣੇ ਆਪ 'ਚ ਕਿੰਨਾ ਕੁ ਵਿਵਾਦਮਈ ਹੋ ਸਕਦਾ ਹੈ। ਤੁਹਾਨੂੰ ਮੈਂ ਮੰਚ ਤੇ ਇਸ ਕਰਕੇ ਸੱਦਾ ਦਿੱਤਾ ਸੀ ਅੱਜ ਦੇ ਇਸ ਮੰਚ ਦੇ ਉੱਤੇ ਕਿ ਆਪਾਂ ਇਸ ਵਿਵਾਦ ਨੂੰ ਘਟਾਉਣ ਦੇ ਵਾਸਤੇ ਕਿਸ ਤਰੀਕੇ ਨਾਲ ਅੱਗੇ ਚੱਲੀਏ। ਤੁਹਾਨੂੰ ਲੱਗਦਾ ਨਹੀਂ ਕਿ ਅੱਜ ਸਾਨੂੰ ਇੱਕ ਮੰਚ ਦੇ ਉੱਤੇ ਇਕੱਠੇ ਹੋਣ ਦੀ ਲੋੜ ਹੈ, ਜਿੱਥੇ ਗੱਲ ਹੋਵੇ ਕਿ ਜਿਹੜਾ ਵੀ ਮੰਚ ਦੇ ਉੱਤੇ ਗੱਲ ਕਰਨ ਆਵੇ ਉਹ ਸੇਫ ਹੈ, ਉਹਦੀ ਗੱਲ ਨੂੰ ਸੁਣਿਆ ਜਾਵੇਗਾ, ਉਹਦੇ ਗੱਲ ਦੇ ਉੱਤੇ ਵਿਵਾਦ ਨਹੀਂ ਕੀਤਾ ਜਾਵੇਗਾ, ਤਾਂ ਜੋ ਇਸ ਤਰੀਕੇ ਦੀਆਂ ਜਿਹੜੀਆਂ ਉਲਝਣਦਾਰ ਚੀਜ਼ਾਂ ਹੈਗੀਆਂ ਨੇ ਆਪਾਂ ਉਹਨੂੰ ਖਤਮ ਕਰੀਏ। ਮੈਂ ਬਿਲਕੁਲ ਤੁਹਾਡੀ ਇਸ ਗੱਲ ਨਾਲ ਸਹਿਮਤ ਹਾਂ ਜੀ ਕਿ ਸਾਨੂੰ ਵਿਵਾਦ ਖਤਮ ਕਰਨੇ ਚਾਹੀਦੇ ਨੇ।
ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਇੱਕ ਮੰਚ ਤੇ ਇਕੱਠੇ ਹੋ ਕੇ ਆਪਾਂ ਨੂੰ ਵਿਵਾਦ ਖਤਮ ਕਰਨੇ ਚਾਹੀਦੇ ਨੇ। ਗੁਰਬਾਣੀ ਵਿੱਚ ਲਿਖਿਆ ਹੋਇਆ ਬਾਦ ਵਿਵਾਦ ਕਾਹੂ ਸਿਉ ਨਾ ਕੀਜੈ। ਗੁਰਬਾਣੀ ਦਾ ਹੁਕਮ ਹੈ ਨਾ, ਤੇ ਮੈਂ ਵੀ ਮੰਨਣ ਜੀ ਨੂੰ ਤਿਆਰ ਹਾਂ ਨਾ। ਮੈਂ ਤਿਆਰ ਹਾਂ, ਕਿਸੇ ਵੀ ਮੰਚ ਤੇ ਮੈਂ ਆਉਣ ਨੂੰ ਤਿਆਰ ਹਾਂ, ਪਰ ਵਿਵਾਦ ਕਰਨ ਵਾਸਤੇ ਨਹੀਂ, ਸੰਵਾਦ ਕਰਨ ਵਾਸਤੇ, ਵਿਚਾਰ ਕਰਨ ਵਾਸਤੇ। ਇਹ ਨਹੀਂ ਕਿ ਮੈਂ ਊੜਾ ਸਿੰਘ ਨੂੰ ਝੂਠਾ ਕਰਨਾ ਤੇ ਊੜਾ ਸਿੰਘ ਨੇ ਐੜਾ ਸਿੰਘ ਨੂੰ ਝੂਠਾ ਕਰਨਾ ਤੇ ਉਹਨਾਂ ਦੋਹਾਂ ਮੈਨੂੰ ਝੂਠਾ ਕਰਨਾ। ਨਹੀਂ, ਇਹ ਨਹੀਂ। ਮੈਂ ਆਪਣੇ ਵਿਚਾਰ ਦੱਸੇ, ਤੁਸੀਂ ਆਪਣੇ ਦੱਸੇ, ਜਿਹੜੇ ਵਿਦਵਾਨ ਆਏ ਉਹਨਾਂ ਨੇ ਵਿਚਾਰ ਦੱਸੇ, ਫਿਰ ਅਸਾਂ ਇੱਕ ਗੱਲ ਤੇ ਸਹਿਮਤ ਹੋ ਜਾਣਾ। ਆਪਣੀ ਅੜੀ ਛੱਡ ਕੇ ਇੱਕ ਗੱਲ ਤੇ ਸਹਿਮਤ ਹੋਣਾ। ਹਾਂ ਭਾਈ, ਆਓ ਭਾਈ, ਆਪਾਂ ਇਸ ਗੱਲ ਤੇ ਸਹਿਮਤ ਹਾਂ ਤੇ ਅੱਗੇ ਚੱਲਣਾ। ਸਹਿਮਤ ਅਸੀਂ ਉਸ ਗੱਲ ਤੇ ਹੋਣਾ ਜਿਸ ਨਾਲ ਸਿੱਖ ਪੰਥ ਦੀ ਚੜ੍ਹਦੀ ਕਲਾ ਹੋਵੇ। ਇਹ ਨਹੀਂ ਕਿ ਮੇਰੀ ਗੱਲ ਹੈ ਜਾਂ ਤੁਹਾਡੀ ਗੱਲ ਹੈ ਜਾਂ ਕਿਸੇ ਦੀ ਗੱਲ ਹੈ। ਨਹੀਂ, ਇਹ ਨਹੀਂ। ਉੱਥੇ ਅਸੀਂ ਆਪਣੇ ਵਿਚਾਰਾਂ ਨੂੰ ਲੋੜ ਅਨੁਸਾਰ ਛੱਡ ਲੈਣਾ ਤੇ ਆਪਣੀ ਦਲੀਲ ਦੇ ਲੈਣੀ ਹੈ। ਉਹਦੇ ਤੋਂ ਬਾਅਦ ਫਿਰ ਜਿਹੜੀ ਅਗਲੇ ਦੀ ਦਲੀਲ ਹੈ ਅਸਾਂ ਸਹਿਮਤ ਹੋਣਾ। ਇਸ ਲਈ ਮੰਚ ਤੇ ਇਕੱਠੇ ਹੋਣਾ। ਔਰ ਇਹ ਬਹੁਤ ਉੱਤਮ ਸੁਝਾਅ ਹੈ। ਆਪਾਂ ਹਰ ਵੇਲੇ ਸਹਿਮਤ ਹਾਂ। ਤੇ ਕਰਾਮਾਤਾਂ ਦੀ ਗੱਲ ਮੈਂ ਜਿੰਨੀ ਕੀਤੀ ਹੈ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਦੇ ਅਨੁਸਾਰ ਕੀਤੀ ਹੈ ਔਰ ਭਾਈ ਗੁਰਦਾਸ ਜੀ ਦੀ ਬਾਣੀ ਦੇ ਅਨੁਸਾਰ ਕੀਤੀ ਹੈ। ਇਹਨਾਂ ਦੋ ਚੀਜ਼ਾਂ ਤੋਂ ਉੱਪਰ ਹੋਰ ਕੋਈ ਪ੍ਰਮਾਣ ਦੀ ਲੋੜ ਨਹੀਂ ਹੈਗੀ। ਬਾਕੀ ਨਾ ਮੰਨਣ ਦਾ ਤਾਂ ਫਿਰ ਕੋਈ ਚਾਰਾ ਨਹੀਂ ਹੈਗਾ। ਜਿਹੜੇ ਨਹੀਂ ਸਹਿਮਤ ਹੁੰਦੇ ਉਹਨਾਂ ਦਾ ਚਾਰਾ ਤੇ ਨਹੀਂ ਹੈਗਾ। ਪਰ ਮੇਰੇ ਅਨੁਸਾਰ ਉਹ ਹੈ ਜੋ ਮੈਂ ਕਿਹਾ। ਵਿੱਚ ਬਗਦਾਦ ਦੇ ਵੱਡੀ ਜੀ ਕਰਾਮਾਤ ਦਿਖਾਈ ਭਾਈ ਗੁਰਦਾਸ ਜੀ ਨੇ ਲਿਖਿਆ ਹੋਇਆ। ਇਹਨਾਂ ਚੀਜ਼ਾਂ ਨੂੰ ਅਸੀਂ ਕਿਵੇਂ ਕੱਟ ਦੇਵਾਂਗੇ? ਬਾਕੀ ਲੰਮੀਆਂ ਚੌੜੀਆਂ ਦਲੀਲਾਂ ਨੇ। ਇੱਕ ਛੋਟੀ ਜੀ ਜੀ ਗੱਲ ਹੈ ਕਿ ਗੁਰਬਾਣੀ ਵਿੱਚ ਲਿਖਿਆ ਹੋਇਆ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਜਿਹਨੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਸੁਣ ਲਿਆ, ਉਪਦੇਸ਼ ਸੁਣ ਲਿਆ, ਉਹਨਾਂ ਦੇ ਪੇਖਿਆ ਦਰਸ਼ਨ ਕਰ ਲਏ, ਉਹਦਾ ਜਨਮ ਮਰਨ ਦਾ ਚੱਕਰ ਕੱਟਿਆ ਗਿਆ। ਕਿਹੜਾ ਵਿਗਿਆਨ ਹੈ? ਸਾਰੇ ਸੰਸਾਰ ਦੇ ਡਾਕਟਰ ਇਕੱਠੇ ਹੋ ਜਾਣ, ਇਹਨਾਂ ਕੋਲ ਕੋਈ ਵਿਗਿਆਨ ਹੈਗਾ ਕਿ ਜਿਹੜਾ ਜਨਮ ਮਰਨ ਦਾ ਕੋਈ ਚੱਕਰ ਹੈ ਕਿਸੇ ਢੰਗ ਨਾਲ ਕੱਟ ਸਕਦੇ ਹੋ? ਤੇ ਗੁਰੂ ਗ੍ਰੰਥ ਸਾਹਿਬ ਚ ਤੇ ਲਿਖਿਆ ਕਿ ਮੇਰੇ ਗੁਰੂ ਦਾ ਜਿਹਨੇ ਨਾਮ ਲੈ ਲਿਆ, ਉਹਨੇ ਜਿਹਨੇ ਗੁਰੂ ਨਾਨਕ ਦੇ ਦਰਸ਼ਨ ਕੀਤੇ, ਜਨਮ ਮਰਨ ਦਾ ਚੱਕਰ ਕੱਟਿਆ ਗਿਆ। ਇਦੋਂ ਵੱਡੀ ਹੋਰ ਕਰਾਮਾਤ ਕੀ ਹੋ ਸਕਦੀ? ਤੇ ਇਹ ਕਰਾਮਾਤ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਚ ਲਿਖੀ ਕਰਾਮਾਤ ਨੂੰ ਨਹੀਂ ਮੰਨਣਾ ਤੇ ਫਿਰ ਅਸੀਂ ਮੰਨਣਾ ਕੀ ਹੈ ਜੀ? ਜੀ ਬਾਕੀ ਇਹ ਸਨ ਚਾਰ ਠਾਕੁਰ ਦਲੀਪ ਸਿੰਘ ਜੀ, ਜਿਨ੍ਹਾਂ ਨੇ ਬੜੇ ਹੀ ਬੇਬਾਕੀ ਦੇ ਨਾਲ ਆਪਣੇ ਵਿਚਾਰ ਜਿਹੜੇ ਨੇ ਉਹ ਸਾਡੇ ਨਾਲ ਸਾਂਝੇ ਕੀਤੇ ਨੇ। ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਸਮਾਪਤ ਹੋ ਰਿਹਾ, ਲੇਕਿਨ ਅਸੀਂ ਬਹੁਤ ਸਾਰੀਆਂ ਹੋਰ ਵੀ ਗੱਲਾਂ ਕਰਨੀਆਂ ਚਾਹੁੰਦੇ ਸਾਂ, ਹੋਰ ਬਹੁਤ ਸਾਰੇ ਸਵਾਲ ਕਰਨਾ ਚਾਹੁੰਦੇ ਸਨ, ਵਿਚਾਰਾਂ ਕਰਨੇ ਚਾਹੁੰਦੇ ਸਾਂ, ਲੇਕਿਨ ਸਮਾਂ ਜਿਹੜਾ ਇਜਾਜ਼ਤ ਨਹੀਂ ਦਿੰਦਾ। ਠਾਕੁਰ ਜੀ, ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੋਲ ਵਚਨ ਵੀ ਲੈਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸੇ ਤਰੀਕੇ ਨਾਲ ਤੁਹਾਡੇ ਵਿਚਾਰ ਵਟਾਂਦਰਾ ਕਰਦੇ ਰਵਾਂਗੇ। ਤੇ ਜਿਹੜੇ ਸਾਡੀ ਆਡੀਅנס ਹੈਗੀ ਆ, ਜਿਹੜੇ ਸਾਡੇ ਇਸ ਵੇਲੇ ਸਰੋਤੇ ਨੇ, ਅਸੀਂ ਉਹਨਾਂ ਦੇ ਨਾਲ ਹੋਰ ਵੀ ਇਸ ਤਰੀਕੇ ਦੇ ਮਸਲਿਆਂ ਦੇ ਉੱਤੇ, ਇਸ ਤਰੀਕੇ ਦੇ ਕਿੰਤੂ ਪਰੰਤੂ ਦੇ ਉੱਤੇ ਇੱਕ ਸੇਧ ਦੇਣ ਦੀ ਕੋਸ਼ਿਸ਼ ਕਰਾਂਗੇ, ਤਾਂ ਜੋ ਅਸੀਂ ਪੂਰੀ ਗੁਰੂ ਨਾਨਕ ਦੀ ਜਿਹੜੀ ਸੰਗਤ ਹੈਗੀ ਹੈ, ਜਿਹੜਾ ਗੁਰੂ ਨਾਨਕ ਨਾਮ ਲੈਵਾ ਸੰਗਤ ਹੈ, ਭਾਵੇਂ ਉਹਨਾਂ ਦੇ ਰੂਪ, ਰੰਗ, ਢੰਗ ਅਤੇ ਵੱਖ-ਵੱਖ ਤਰੀਕੇ ਦੇ ਉਹਨਾਂ ਦੇ ਵਿਚਾਰ ਹੈਗੇ ਨੇ, ਉਹਨਾਂ ਸਾਰਿਆਂ ਨੂੰ ਇਕੱਠੇ ਕਰ ਸਕੀਏ ਤੇ ਇੱਕ ਨਵੇਂ ਸਮਾਜ ਦੀ ਸਿਰਜਣਾ ਕਰ ਸਕੀਏ। ਇਸ ਉਦੇਸ਼ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਣਾ ਜੀ। ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਦਰਦੀ ਸਾਹਿਬ ਦਾ, ਚੜ੍ਹਦੀ ਕਲਾ ਦਾ, ਸਾਰਿਆਂ ਦਾ ਬਹੁਤ ਧੰਨਵਾਦ ਜੀ। ਆਪ ਜੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।